ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਨੌਜਵਾਨਾਂ ਨੂੰ ਸ਼ਸਤਰ ਧਾਣੀ ਹੋਣ ਦਾ ਜਿਹੜਾ ਉਹ ਸੁਨੇਹਾ ਦਿੱਤਾ। ਜੇ ਤੁਸੀਂ ਕੋਈ ਜੰਗ ਜਿੱਤਣੀ ਆ, ਤੁਸੀਂ ਆਪਦੇ ਕੋਈ ਖਿੱਤੇ ਨੂੰ ਜਿੱਤਣਾ, ਪ੍ਰਫੁੱਲਤ ਕਰਨਾ ਹੈ, ਜਿੰਨਾ ਚਿਰ ਤੁਸੀਂ ਇਹਨਾਂ ਦਾ ਸੰਗ ਰੱਖੋਗੇ ਇਹ ਤੁਹਾਡੇ ਵਾਸਤੇ ਲਾਹੇਵੰਦ ਹੋਣਗੇ। ਸਿੱਖ ਵਾਸਤੇ ਸ਼ਸਤਰ ਰੱਖਣਾ ਆਪਦੇ ਸਾਹਾਂ ਤੋਂ ਵੀ ਪਿਆਰਾ। ਆਪਾਂ ਅੱਜ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਜੀ, ਗੁਰੂ ਮੰਨਦੇ ਤਾਂ ਅਸੀਂ ਗੁਰੂ ਦੀ ਕਹੀ ਨਹੀਂ, ਉਹਨਾਂ ਨੇ ਸ਼ਸਤਰਧਾਰੀ ਕਿਹਾ, ਆਪਾਂ ਸ਼ਸਤਰਹੀਣੇ ਹੋ ਗਏ ਜੀ। ਸ਼ਸਤਰਧਾਰੀ ਰਵਾਂਗੇ ਸਾਡੀ ਚੜ੍ਹਦੀ ਕਲਾ ਰਹੂਗੀ, ਜਿੰਨੇ ਹੀਣੇ ਰਵਾਂਗੇ ਅਸੀਂ ਕੁੱਟ ਖਾਵਾਂਗੇ। ਇਹ ਸ਼੍ਰੀ ਸਾਹਿਬ ਹੈ, ਇਹ ਸ਼੍ਰੀ ਸਾਹਿਬ ਮਤਲਬ ਥੋੜਾ ਜਿਹਾ ਬੈਂਡ ਹੁੰਦਾ ਹੈ ਔਰ ਸਰੋਹੀ ਜਿਹੜੀ ਹੈ ਥੋੜੀ ਜਿਹੀ ਸਿੱਧੀ ਹੁੰਦੀ ਹੈ। ਕੀ ਇਹਨਾਂ ਸ਼ਸਤਰਾਂ ਦਾ ਜਿਹੜਾ ਵਾਰ ਹੈਗਾ ਫਿਰ ਉਹਦਾ ਅਸਰ ਵੀ ਵੱਖੋ ਵੱਖਰਾ ਹੈ? ਹਾਂ ਬਿਲਕੁਲ ਹੈਗਾ ਜੀ। ਜਦੋਂ ਤੁਸੀਂ ਸ਼੍ਰੀ ਸਾਹਿਬ ਬਾਹਰ ਕੱਢੋਗੇ, ਇਦਾਂ ਕੱਢੋਗੇ ਨਾ, ਜਿਹੜਾ ਸਾਹਮਣੇ ਕੋਈ ਦੁਸ਼ਮਣ ਖੜਾ ਫਿਰ ਵਾਰ ਤਾਂ ਉੱਤੇ ਹੋ ਜਾਣਾ। ਇਹ ਕੋਈ ਜ਼ਰੂਰੀ ਹੁੰਦਾ, ਪੁੱਠਾ ਸਿੱਧਾ ਸ਼ਸਤਰ ਨਹੀਂ ਹੁੰਦਾ, ਸ਼ਸਤਰ ਚਲਾਉਣ ਵਾਲੇ ਤੇ ਡਿਪੈਂਡ ਹੁੰਦਾ। ਪਰ ਇਹ ਸ਼ਸਤਰ ਦੇਖੋ ਬੜਾ ਕਮਾਲ ਦਾ ਸ਼ਸਤਰ ਆ। ਇਹ ਸ਼ਸਤਰ ਦਾ ਕੀ ਨਾਮ ਹੈਗਾ? ਇਹ ਕਾਤੀ ਹੈ ਜੀ। ਕਾਤੀ ਆਪਾਂ ਪੜ੍ਹਦੇ ਕਾਤੀ ਕਟਾਰੀ ਜੀ। ਇਹਦੇ ਨਾਲ ਭਾਵੇਂ ਤੁਸੀਂ ਲੋਹਾ ਵੱਢ ਲਓ, ਲੋਹੇ ਦੀ ਸੰਜੋਗ ਜਿਹੜੀ ਹੈਗੀ ਆ ਉਹ ਵੀ ਪਾੜ ਦਿੰਦਾ ਹੈ ਸ਼ਸਤਰ। ਜ਼ਬਰਦਸਤ ਬਣਿਆ ਹੁੰਦਾ ਜੀ ਜੀ ਜੀ। ਸਿੱਖ ਦੀ ਕਿਰਪਾਨ ਤੇ ਹੋਰ ਤਲਵਾਰ ਦੇ ਵਿੱਚ ਇਹ ਅੰਤਰ ਹੈ? ਬਿਲਕੁਲ ਹੈਗਾ ਜੀ। ਤਲਵਾਰ ਜਹਾਂਗੀਰ ਨੇ ਚੱਕੀ, ਤਲਵਾਰ ਔਰੰਗਜ਼ੇਬ ਨੇ ਚੱਕੀ, ਅਸੀਂ ਹਮੇਸ਼ਾ ਕਿਰਪਾਨ ਚੱਕੀ। ਅਸੀਂ ਕਦੇ ਬਦਲੇ ਦੀ ਰਾਜਨੀਤੀ ਨਹੀਂ ਕੀਤੀ। ਕਦੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਤੂੰ ਮੇਰੇ ਪਰਿਵਾਰ ਦਾ ਬਦਲਾ ਲੈਣਾ ਹੈ। ਉਹਨਾਂ ਨੇ ਕਿਹਾ ਸਿੱਖ ਪੰਥ ਨੂੰ ਸੱਚ ਦੱਸਣ ਦਾ ਬਦਲਾ ਲੈਣਾ। ਉਹ ਲਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਿਆ, ਸ਼ਸਤਰਧਾਰੀ ਹੋ ਕੇ ਲਿਆ। ਸ਼ਸਤਰਾਂ ਤੋਂ ਬਿਨਾਂ ਸਾਡੀ ਸੁਣਵਾਈ ਹੋਈ ਕਿਤੇ ਨਹੀਂ। ਤਾਂ ਕਿਤੇ ਨਾ ਕਿਤੇ ਸਾਡੀ ਪੀੜ੍ਹੀ ਸ਼ਸਤਰਾਂ ਤੋਂ ਕਿਉਂ ਦੂਰ ਹੋ ਰਹੀ ਹੈ? ਅਮਰ ਤੇ ਸ਼ੱਕ ਰਹੀ ਹੈ। ਅਸੀਂ ਮਾਫ ਕਰਨਾ, ਮੈਂ ਵੀ ਵਿੱਚ ਹਾਂ ਸ਼ਾਇਦ। ਬਿਲਕੁਲ ਜੀ ਬਿਲਕੁਲ। ਪਰ ਸ਼ਸਤਰਾਂ ਤੋਂ ਅਸੀਂ ਦੂਰ ਹੋ ਰਹੇ, ਬਾਣੀ ਤੋਂ ਵੀ ਦੂਰ ਹੋ ਰਹੇ। ਬਿਲਕੁਲ, ਇਹ ਆਪਦੀ ਚੁਆਇਸ ਤਾਂ ਹੋ ਸਕਦੀ ਆ, ਪਰ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਧੱਕੇ ਨਾਲ ਆਪਾਂ ਨੂੰ ਦੂਰ ਕਰ ਲੂਗਾ। ਕਿਉਂਕਿ ਜਿਹੜੀ ਚੀਜ਼ 'ਚ ਆਪਾਂ ਜਨਮੇ ਆ, ਜਿਹੜਾ ਆਪਣਾ ਲਾਣਾ ਹੈ, ਆਪਾਂ ਉਹ ਤੋਂ ਆਪ ਟੁੱਟੀ ਜਾਂਦੇ ਆ, ਤਾਂ ਆਪਾਂ ਨੂੰ ਕਿਸੇ ਨੇ ਤਾਂ ਤੋੜਿਆ ਨਹੀਂ। ਹੁਣ ਤੁਸੀਂ ਖੜੇ ਹੋ, ਤੁਹਾਨੂੰ ਕਿਸੇ ਨੇ ਤਾਂ ਨਹੀਂ ਕਿਹਾ ਹੋਣਾ ਵੀ ਤੂੰ ਸ਼ਸਤਰ ਨਾ ਰੱਖ। ਭਗਵੰਤ ਮਾਨ ਨੇ ਕਿਹਾ, ਕਹਿੰਦਾ ਵੀ ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਇਹ ਤਲਵਾਰ ਚੱਕੀ ਫਿਰਦਾ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਦਾ ਗਲ ਲਾਇਆ ਮੈਨੂੰ ਉਹ ਦਿਖਾ ਦਿਓ, ਤੇ ਜੇ ਉਹਨਾਂ ਦੇ ਪੈਰ ਤੁਸੀਂ ਨਹੀਂ ਦੇਖੇ ਤਾਂ ਮੇਰੀ ਬੇਨਤੀ ਤੁਸੀਂ ਉਹਨਾਂ ਦੇ ਪੈਰ ਜਾ ਕੇ ਜ਼ਰੂਰ ਦੇਖ ਕੇ ਆਓ। ਚਰਨ ਮੈਂ ਕਹਿ ਨਹੀਂ ਸਕਦਾ ਮਾਨ ਸਾਹਿਬ ਨੂੰ ਬੁਰਾ ਨਾ ਲੱਗੇ, ਕਿਉਂਕਿ ਉਹ ਆਪਦੀ ਉਸਤਤ ਨਹੀਂ ਸੁਣਨਾ ਚਾਹੁੰਦੇ। ਦੰਦਾਂ ਨੂੰ ਵੀ ਕਿਹੜਾ ਮਾਨ ਹੋਇਆ ਸੀ, ਮੇਰੇ ਅੱਗੇ ਹੰਕਾਰੀ ਬਥੇਰੇ ਫਿਰਦੇ ਹੁੰਦੇ। ਦੰਦ ਜੀਵ ਨੂੰ ਕਹਿੰਦੇ ਸੀ ਵੀ ਤੈਨੂੰ ਤਾਂ ਅਸੀਂ ਕੁਤਰ ਦਾਂਗੇ ਬਿੰਦ 'ਚ, ਅਸੀਂ ਤਾਂ ਲੋਹਾ ਚੱਬ ਦਿੰਦੇ ਹਾਂ। ਕਹਿੰਦੀ ਸ਼ੁਕਰ ਕਰੋ ਮੈਂ ਸਾਇਲੈਂਟ ਬੈਠੀ ਹਾਂ ਵਿੱਚ, ਜਿੱਦੇ ਮੈਂ ਬੋਲ ਪਈ ਤੁਸੀਂ ਬੱਤੀ ਬਾਹਰ। ਸੱਚੇ ਪਾਤਸ਼ਾਹ ਨੇ ਗੁਰੂ ਪਰਮਾਤਮਾ ਦੇ ਰੂਪ ਤੋਂ ਵੀ ਵੱਧ ਸ਼ਸਤਰਾਂ ਨੂੰ ਦਿੱਤਾ। ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਪਹਿਲਾਂ ਭਗਉਤੀ ਨੂੰ ਤੇ ਆਉਣਾ। ਅਸੀਂ ਅਰਦਾਸ ਕਰਦੇ ਹਾਂ, ਮਾਫ ਕਰਿਓ, ਪ੍ਰਥਮ ਭਗਉਤੀ ਸਿਮਰ ਕੇ। ਜਿਹੜਾ ਕਹੀ ਜਾਂਦਾ ਹੁੰਦਾ ਸਿੰਘ ਭਗਉਤੀ ਤਾਂ ਉਹਦੇ ਕੋਲੇ ਨਹੀਂ ਹੁੰਦੀ, ਖਾਲੀ ਇੱਥੇ ਖੜਾ। ਫਿਰ ਅਸੀਂ ਕੀ ਪ੍ਰਚਾਰੀ ਜਾ ਰਹੇ ਹਾਂ? ਸਾਨੂੰ ਆਪ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ। ਜਿਹੜੇ ਵੀ ਅਰਦਾਸੀਏ ਸਿੰਘ ਆ ਮੇਰੇ ਵਰਗੇ, ਉਹਨੂੰ ਸਾਰਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਜਦੋਂ ਆਪਾਂ ਅਰਦਾਸ ਕਰਦੇ ਹਾਂ, ਸ਼ਸਤਰ ਕਮ ਸੇ ਕਮ ਹੱਥ 'ਚ ਹੋਵੇ ਤੁਹਾਡੇ। 96 ਕਰੋੜ ਖਾਲਸਾ ਆਊਗਾ ਚੜ ਕੇ, ਲੰਡੀ ਮੁੱਚੀ ਲੈ ਜੂ ਫੜ ਕੇ। 96 ਕਰੋੜ ਦਾ ਕੀ ਭਾਵ ਹੁੰਦਾ? 96 ਕਰੋੜ ਸ਼ਹੀਦਾਂ ਦੀ ਗਿਣਤੀ ਆ। ਇਹ ਅਣਗਿਣਤ ਆ, ਪਰ ਵੈਸੇ ਸ਼ਹੀਦਾਂ ਨਾਲ ਜੋੜ ਲਿਆ ਜਾਂਦਾ ਵੀ 96 ਕਰੋੜ ਸ਼ਹੀਦ ਸਾਡੇ ਬਰਾਬਰ ਆ ਖੜਦਾ ਜਦੋਂ ਅਸੀਂ ਹੱਕ ਸੱਚ ਨੂੰ ਤੁਰਦੇ। ਰਾਜ ਤੇ ਸ਼ਸਤਰਾਂ ਦੇ ਅਧੀਨ ਆ। ਬਿਲਕੁਲ ਇਹਦੇ ਅਧੀਨ ਹੀ ਰਹਿਣਾ ਜੀ। ਤੁਹਾਨੂੰ ਦੱਸਿਆ ਬਾਰਡਰਾਂ ਤੋਂ ਪਿੱਛੇ ਹਟਾ ਲਓ, ਉਹਨਾਂ ਕੋਲੇ ਵੀ ਸ਼ਸਤਰ ਹੀ ਆ। ਉਹ ਕੋਲੇ ਕਿਹੜਾ ਛਣਕ ਨੇ ਚੱਕੀ ਫਿਰਦਾ। ਮੈਂ ਇੱਕ ਬੇਨਤੀ ਕਰਦਾ ਸਾਰੀ ਸੰਗਤ ਦੇ ਮੂਹਰੇ ਵੀ ਪਾਤਸ਼ਾਹ ਨੇ ਤਾਂ ਸਾਨੂੰ ਸਿਰ ਦੇ ਕੇ ਅੰਮ੍ਰਿਤ ਦਿੱਤਾ। ਇੱਕ ਸਿਰ ਵਾਲਾ ਤਾਂ ਪਾਤਸ਼ਾਹ ਕਹਿੰਦੇ ਅੰਮ੍ਰਿਤ ਛਕ ਹੀ ਨਹੀਂ ਸਕਦਾ। ਜਾਂ ਤਾਂ ਸਿਰ ਦੇ ਦੇਣਾ ਪੈਣਾ ਜਾਂ ਕਿਸੇ ਦੁਸ਼ਟ ਦਾ ਲੈਣਾ ਪੈਣਾ, ਉਦੋਂ ਬਾਅਦ ਅੰਮ੍ਰਿਤਪਾਨ ਹੋਣਾ। ਤੇ ਅਸੀਂ ਤਾਂ ਕਕਾਰ ਵੀ ਫ੍ਰੀ ਦੇਈ ਜਾਂਦੇ ਤੇ ਅੰਮ੍ਰਿਤ ਦੇ ਸਿੰਘ ਕਿਉਂ ਜੇ ਸਜਣੇ ਆ ਸਾਥੀ। ਸਹੀ, ਇਹ ਗੱਲ ਤੇ ਗੌਰ ਫਰਮਾਓ ਥੋੜੀ ਜਿਹੀ। ਸਾਰੀ ਕੌਮ ਦਲੇਰੀ ਲਿਆਓ ਆਪਦੇ 'ਚ, ਪਹਿਲਾਂ ਦਲੇਰ ਹੋ ਕੇ ਪ੍ਰਪੱਕ ਹੋਵੋ, ਰਹਿਣਾ ਬਹਿਣਾ ਸਿੱਖੋ, ਅੰਮ੍ਰਿਤ ਜਦੋਂ ਮਰਜ਼ੀ ਛਕ ਲਓ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹੈ ਹਮਾਰੇ ਪੀਰ। ਸ਼ਸਤਰਾਂ ਨੂੰ, ਹਥਿਆਰਾਂ ਨੂੰ ਸਿੱਖ ਸਮਾਜ ਦੇ ਵਿੱਚ, ਸਿੱਖ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ ਹੈ। ਅੱਜ ਅਸੀਂ ਆਧੁਨਿਕ ਸਮੇਂ ਦੇ ਵਿੱਚ ਹਾਂ। ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਨੌਜਵਾਨਾਂ ਨੂੰ ਸ਼ਸਤਰ ਧਾਣੀ ਹੋਣ ਦਾ ਜਿਹੜਾ ਉਹ ਸੁਨੇਹਾ ਦਿੱਤਾ। ਆਧੁਨਿਕ ਸ਼ਸਤਰ, ਹਥਿਆਰ ਔਰ ਨਾਲ ਰਵਾਇਤੀ ਸ਼ਸਤਰ ਜਿਹੜਾ ਹੈਗਾ ਉਹ ਰੱਖਣ ਦਾ ਜਿਹੜਾ ਸੁਨੇਹਾ ਦਿੱਤਾ। ਤਾਂ ਸਿੱਖ ਦੀ ਜ਼ਿੰਦਗੀ ਦੇ ਵਿੱਚ, ਸਿੱਖ ਦੀ ਵੇ ਆਫ ਲਾਈਫ ਦੇ ਵਿੱਚ ਸ਼ਸਤਰਾਂ ਦਾ ਕਿੰਨਾ ਜਿਹੜਾ ਕਿ ਉਹ ਪ੍ਰਭਾਵ ਆ, ਕਿੰਨੀ ਕੁ ਅਹਿਮੀਅਤ ਆ, ਅਸੀਂ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਖਾਲਸਾ ਜੀ ਭਾਈ ਰਜਿੰਦਰ ਸਿੰਘ ਤਖਤਪੁਰਾ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਹਾਂ। ਭਾਈ ਸਾਹਿਬ ਜੀ, ਸਿੱਖ ਦੀ ਜ਼ਿੰਦਗੀ ਦੇ ਵਿੱਚ ਜੀ ਸ਼ਸਤਰਾਂ ਦਾ ਕਿੰਨਾ ਕੁ ਪ੍ਰਭਾਵ, ਕਿੰਨੀ ਕੁ ਅਹਿਮੀਅਤ? ਸਾਡੇ ਕੋਲ ਬਹੁਤ ਸਾਰੇ ਸ਼ਸਤਰ ਵੀ ਅੱਜ ਇੱਥੇ ਹੈਗੇ ਆ, ਅਸੀਂ ਉਹਨਾਂ ਦੇ ਦਰਸ਼ਨ ਵੀ ਕਰਾਂਗੇ, ਉਹਨਾਂ ਦੀ ਅਹਿਮੀਅਤ ਵੀ ਜਾਣਾਂਗੇ, ਇੱਕ ਇੱਕ ਸ਼ਸਤਰ ਦੀ ਖਾਸੀਅਤ ਕੀ ਹੈ ਉਹ ਵੀ ਜਾਣਾਂਗੇ। ਇੱਥੇ ਤੀਰ ਹੈ, ਇੱਥੇ ਕਮਾਨ ਹੈ, ਇੱਥੇ ਭੱਥਾ ਹੈ, ਇੱਥੇ ਖੰਜਰ ਹੈ, ਇੱਥੇ ਜਿਹੜਾ ਸ਼੍ਰੀ ਸਾਹਿਬ ਹੈ, ਤਲਵਾਰ ਹੈ, ਕਟਾਰ ਹੈ, ਬਹੁਤ ਸਾਰੇ ਸ਼ਸਤਰ ਹੈਗੇ ਨੇ, ਕੜੇ ਨੇ, ਚੱਕਰ ਨੇ। ਤਾਂ ਪਹਿਲਾਂ ਅਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਹਾਂ, ਸਿੱਖ ਮਰਿਆਦਾ ਅਨੁਸਾਰ, ਸਿੱਖ ਦੀ ਰਹਿਣੀ ਸਹਿਣੀ ਜ਼ਿੰਦਗੀ ਅਨੁਸਾਰ ਸ਼ਸਤਰਾਂ ਦਾ ਜਿਹੜਾ ਕਿ ਸਿੱਖ ਦੀ ਜ਼ਿੰਦਗੀ 'ਚ ਕਿੰਨਾ ਕੁ ਮਹੱਤਵ ਆ?
ਪਾਤਸ਼ਾਹ ਨੇ ਸ਼ਾਸਤਰਾਂ ਨੂੰ ਪੀਰ ਮੰਨਿਆ ਤੇ ਬਰਾਬਰ ਆਸਣ ਲਵਾ ਕੇ, ਜਿਵੇਂ ਆਪਾਂ ਲਾਇਆ ਇਹ ਤੋਂ ਵੱਡੇ ਆਸਣ ਲਾ ਕੇ ਉਹਨਾਂ ਤੇ ਚੌਰ ਸਾਹਿਬ ਹੁੰਦੇ ਰਹੇ ਨੇ। ਤੇ ਸਾਨੂੰ ਪਾਤਸ਼ਾਹ ਨੇ ਕਿਹਾ ਤੁਹਾਡੇ ਪੀਰ ਨੇ, ਜੇ ਤੁਸੀਂ ਕੋਈ ਜੰਗ ਜਿੱਤਣੀ ਆ, ਤੁਸੀਂ ਆਪਦੇ ਕੋਈ ਖਿੱਤੇ ਨੂੰ ਜਿੱਤਣਾ, ਪ੍ਰਫੁੱਲਤ ਕਰਨਾ ਹੈ, ਜਿੰਨਾ ਚਿਰ ਤੁਸੀਂ ਇਹਨਾਂ ਦਾ ਸੰਗ ਰੱਖੋਗੇ ਇਹ ਤੁਹਾਡੇ ਵਾਸਤੇ ਲਾਹੇਵੰਦ ਹੋਣਗੇ। ਸਿੱਖ ਵਾਸਤੇ ਸ਼ਾਸਤਰ ਰੱਖਣਾ ਆਪਦੇ ਸਾਹਾਂ ਤੋਂ ਵੀ ਪਿਆਰਾ ਹੈ। ਸਾਹ ਲੈਣੇ ਦਾ ਭੁੱਲ ਜੇ ਸਿੰਘ, ਪਰ ਸ਼ਾਸਤਰ ਰੱਖਣਾ ਨਾ ਭੁੱਲੇ ਜੀ। ਇਹ ਬਹੁਤ ਅਹਿਮੀਅਤ ਰੱਖਦੇ ਆ ਸਿੱਖ ਨੂੰ, ਤੇ ਖਾਸ ਕਰਕੇ ਸਿੰਘ ਨੂੰ ਸਜੇ ਹੋਏ ਨੂੰ। ਜੀ ਸਜੇ ਹੋਏ ਸਿੰਘ ਵਾਸਤੇ ਸ਼ਾਸਤਰ ਦਾ ਇਹ ਹੁੰਦਾ ਵੀ ਜਦੋਂ ਸ਼ਾਸਤਰ ਸਾਡੇ ਹੱਥਾਂ 'ਚ ਆ ਜਾਂਦੇ ਆ, ਜਿਹੜੇ ਵੀ ਸਿੰਘ ਅਸੀਂ ਬਾਣਿਆਂ 'ਚ ਰਹਿੰਦੇ ਆ, ਅਸੀਂ ਆਪਦੇ ਆਪ ਨੂੰ ਮੰਨਦੇ ਹਾਂ ਵੀ ਅਸੀਂ ਯਾਰ ਗੁਰੂ ਦੇ ਪੁੱਤ ਬਣ ਗਏ। ਆਪਾਂ ਅੱਜ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਜੀ। ਗੁਰੂ ਮੰਨਦੇ ਤਾਂ ਅਸੀਂ ਗੁਰੂ ਦੀ ਕਹੀ ਨਹੀਂ, ਉਹਨਾਂ ਨੇ ਸ਼ਾਸਤਰਧਾਰੀ ਕਿਹਾ, ਆਪਾਂ ਸ਼ਾਸਤਰਹੀਣੇ ਹੋ ਗਏ ਜੀ। ਸ਼ਾਸਤਰਧਾਰੀ ਰਵਾਂਗੇ ਸਾਡੀ ਚੜ੍ਹਦੀ ਕਲਾ ਰਹੂਗੀ, ਜਿੰਨੇ ਹੀਣੇ ਰਵਾਂਗੇ ਅਸੀਂ ਕੁੱਟ ਖਾਵਾਂਗੇ ਜੀ। ਤਾਂ ਸਿੱਖ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਜਿਹੜਾ ਕਿ ਸਿੱਖਾਂ ਦੀ ਜਿਹੜੀ ਹੈਗੀ ਆ, ਉਹ ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਦਾ ਜਿਹੜਾ ਜੀਵਨ ਆ ਉਹ ਨਿਮਰਤਾ ਵਾਲਾ ਜਿਹੜਾ ਰਿਹਾ ਹੈਗਾ। ਭਾਵ ਸ਼ਸਤਰ ਨਹੀਂ ਸੱਚੇ ਪਾਤਸ਼ਾਹ ਨੇ ਪਹਿਲਾਂ ਚੁੱਕੇ। ਤਾਂ ਹਾਲਾਂਕਿ ਜਿਹੜਾ ਆਸਾ ਹੱਥ ਕਿਤਾਬ ਕਸ਼ ਹੈ ਨਾ ਆਉਂਦਾ ਵੀ ਸੱਚੇ ਪਾਤਸ਼ਾਹ ਨਾਲ ਆਪਣੇ ਜਿਹੜਾ ਇੱਕ ਸੋਟਾ ਜਿਹੜਾ ਹੈਗਾ ਉਹ ਲੈ ਕੇ ਚੱਲਦੇ ਸੀਗੇ। ਪਰ ਜਿਹੜਾ ਇੱਕ ਬਾਦਸ਼ਾਹੀ ਦਾ ਦਾਵਾ, ਪਾਤਸ਼ਾਹੀ ਦਾ ਦਾਵਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ। ਉਸ ਵਕਤ ਮੁਗਲ ਹਕੂਮਤ ਵੱਲੋਂ ਇਹ ਸੀ ਵੀ ਕੋਈ ਘੋੜੇ ਨਹੀਂ ਰੱਖ ਸਕਦਾ, ਕੋਈ ਸ਼ਸਤਰ ਨਹੀਂ ਰੱਖ ਸਕਦਾ, ਥੜਾ ਬਣਾ ਕੇ ਉੱਚਾ ਨਹੀਂ ਹੋ ਸਕਦਾ। ਤਾਂ ਸਿੱਖਾਂ ਦੇ ਵਿੱਚ ਜਿਹੜਾ ਗੁਰੂ ਪਾਤਸ਼ਾਹ ਨੇ ਪਹਿਲੀ ਵਾਰ ਉਦੋਂ ਬਾਗੀਪੁਣਾ ਜਾਂ ਪਾਤਸ਼ਾਹੀ ਦਾ ਦਾਵਾ ਕੀਤਾ ਹੈਗਾ, ਉਦੋਂ ਸਿੱਖਾਂ ਕੋਲ ਸ਼ਸਤਰ ਆਉਂਦੇ ਨੇ। ਬਿਲਕੁਲ, ਉਹਨਾਂ ਨੇ ਐਲਾਨ ਕੀਤਾ ਸੀ ਵੀ ਮੈਨੂੰ ਮਾਇਆ ਨਹੀਂ ਚਾਹੀਦੀ, ਜੇ ਆਪਾਂ ਗੁਰੂ ਘਰ ਦੇ ਜਿਹੜੀ ਵੀ ਸੰਗਤ ਦੇ ਕਾਰਜ ਕਰਨੇ ਨੇ, ਲੰਗਰ ਲਾਉਣੇ ਨੇ ਜਾਂ ਕੋਈ ਹੋਰ ਆਪਦੀ ਧਰਮ ਦੀ ਪ੍ਰੋਗਰੈਸ ਕਰਨੀ ਆ, ਸਾਨੂੰ ਪਲੇ ਪਲੇ ਸਿੰਘ ਦਿਓ। ਸੰਗਤਾਂ ਤੋਂ ਮੰਗ ਕੀਤੀ ਸੀ ਛੇਵੇਂ ਪਾਤਸ਼ਾਹ ਨੇ, ਸਾਨੂੰ ਵਧੀਆ ਸ਼ਸਤਰ ਲਿਆ ਕੇ ਦਿਓ, ਸਾਨੂੰ ਲੋੜ ਆ, ਅਸੀਂ ਫੌਜ ਤਿਆਰ ਕਰਾਂਗੇ ਜਿਹੜੀ ਜ਼ੁਲਮ ਤੇ ਵਿਰੁੱਧ ਲੜੂਗੀ, ਗਊ ਤੇ ਗਰੀਬ ਦੀ ਰੱਖਿਆ ਕਰੂਗੀ, ਨਾ ਕਿ ਪੂਜਾ ਕਰੂਗੀ। ਇਹ ਗੱਲ 'ਚ ਫਰਕ ਹੁੰਦਾ। ਰੱਖਿਆ ਕਰਨ ਨੂੰ ਸਾਨੂੰ ਕਿਹਾ ਵੀ ਰੱਖਿਆ ਕਰਨੀ ਆ, ਪੂਜਾ ਨਹੀਂ ਕਰਨੀ। ਪੂਜਾ ਹਮੇਸ਼ਾ ਅਕਾਲ ਦੀ ਆ ਜੀ। ਪੂਜਾ ਹਮੇਸ਼ਾ ਪ੍ਰਮਾਤਮਾ ਦੀ ਹੋ ਸਕਦੀ ਆ, ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ, ਸਾਹ ਦਿੰਦਾ। ਐਨੀਵੇ ਨਹੀਂ ਕਿਸੇ ਦੀ ਮੰਨੀ ਜਾਂਦੀ ਇਹ, ਪਰ ਤਾਂ ਆਪਾਂ ਕਹਿੰਦੇ ਆ ਵੀ ਇਹ ਬਹੁਤ ਜ਼ਰੂਰੀ ਹੈ, ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤਾਂ ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਜਿਹੜਾ ਕਿ ਫਰਮਾਨ ਆਉਂਦਾ, ਜਿਹੜੇ ਅਸੀਂ ਆਮ ਹੀ ਨਿਹੰਗ ਸਿੰਘਾਂ ਦੇ ਬੋਲਿਆਂ ਦੇ ਵਿੱਚ ਜਾਂ ਕੁਝ ਨੌਜਵਾਨਾਂ ਦੇ ਜਿਹੜਾ ਕਿ ਡੋਲਿਆਂ ਦੇ ਉੱਤੇ ਵੀ ਉਕਰਿਆ ਦੇਖਦੇ ਹਾਂ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਤਰह ਤਿਸ ਬਿਗੜੈ ਕਾਜ, ਜਾਂ ਤੇ ਸਰਬ ਖਾਲਸਾ ਸੁਨੀਆ ਹੈ, ਅਯੁੱਧ ਸਰਬੇ ਉੱਤਮ ਗੁਨੀ ਹੈ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰਦੇ ਹੋ ਦਿਖਾਈ, ਹਮਰੀ ਖੁਸ਼ੀ ਹੋਈ ਅਧਿਕਾਈ। ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਮੇਰੇ ਸ਼ਸਤਰਾਂ ਨੂੰ ਤੁਸੀਂ ਆਓ ਤੇ ਉਦੋਂ ਕਮਰ ਕੱਸੇ ਦੇ ਵਿੱਚ ਸ਼ਸਤਰ ਲਾ ਕੇ ਆਓ। ਬਿਲਕੁਲ ਜੀ, ਬਿਲਕੁਲ ਆਪਦੇ ਤਨ ਤੇ ਸਜਾ ਕੇ ਆਓ, ਜਿੰਨੇ ਤੁਸੀਂ ਸ਼ਸਤਰ ਸਜਾ ਸਕਦੇ ਹੋ। ਪੁਰਾਤਨ ਸਿੰਘਾਂ ਦੀ ਜੇ ਆਪਾਂ ਪੋਸ਼ਾਕ ਪੜ੍ਹਦੇ ਹਾਂ, ਖੁਰਾਕ ਤਾਂ ਚਲੋ ਆਪਾਂ ਪੜ੍ਹਦੇ ਹੀ ਹਾਂ ਵੀ ਐ ਸਿੰਘ ਖੁੱਲ੍ਹ ਕੇ ਖਾਂਦੇ ਸੀ। 40 ਕਿਲੋ ਦੀ ਕੱਪੜੇ ਦੀ ਪੋਸ਼ਾਕ ਲਿਖੀ ਵੀ ਆ, 40 ਕਿਲੋ ਦੀ ਸ਼ਸਤਰਾਂ ਦੀ ਪੋਸ਼ਾਕ ਲਿਖੀ ਵੀ ਆ। ਇੱਕ ਸਿੰਘ 80 ਕਿਲੋ ਦਾ ਵਜਨ ਲੈ ਕੇ ਨਾਲ ਤੁਰਦਾ ਸੀ, ਕਿਉਂਕਿ ਸਾਨੂੰ ਕਿਹਾ ਵਾ 12-12 ਕੋਹ ਦੀ ਉਜਾੜ ਆ, 24 ਕੋਹ ਦਾ ਪੜਾ। ਆਪਾਂ ਵੜ ਗਏ ਮੰਜ਼ਲਾਂ 'ਚ, ਆਪਾਂ ਨੂੰ ਰੱਖਿਆ ਮਹਾਰਾਜ ਨੇ ਜੰਗਲਾਂ 'ਚ, ਖੁਦ ਆਪ ਜੰਗਲਾਂ 'ਚ ਰਹੇ ਆ। ਉਹਨਾਂ ਨੇ ਕਿਹਾ ਸੀ ਮੰਜ਼ਲਾਂ 'ਚ ਨਾ ਵੜਿਓ, ਜੰਗਲਾਂ 'ਚ ਰਹੋ, ਤੁਹਾਡੀ ਜਿੱਤ ਰਹੂਗੀ। ਹੁਣ ਸਾਨੂੰ ਮੰਜ਼ਲਾਂ ਪਿਆਰੀਆਂ ਹੋਊਗਾ, ਇੱਟਾਂ ਦੇ ਚੱਠਿਆਂ ਨੂੰ ਪਿਆਰ ਕਰਨ ਲੱਗ ਗਏ। ਧਰਮ ਨਾਲ ਸਾਡਾ ਕੋਈ ਲੱਲਾ ਖੱਖਾ ਨਹੀਂ। ਬਿਲਕੁਲ, ਤਾਂ ਬੜੀ ਅਹਿਮੀਅਤ ਗੱਲ ਹੈਗੀ। ਅਸੀਂ ਅੱਗੇ ਵੀ ਚੱਲਾਂਗੇ। ਪਹਿਲਾਂ ਸਾਨੂੰ ਜਿਹੜਾ ਤੁਸੀਂ ਸ਼ਸਤਰਾਂ ਦੇ ਦਰਸ਼ਨ ਜਿਹੜੇ ਖਾਲਸਾ ਜੀ ਜ਼ਰੂਰ ਕਰਾ ਦਿਓ। ਤੁਹਾਡੇ ਹੱਥ ਦੇ ਵਿੱਚ ਜਿਹੜਾ ਸ਼ਸਤਰ ਹੈ ਇਹ ਅਸੀਂ ਆਮ ਹੀ ਇਹ ਸਰੋਈ ਹੈ ਜੀ। ਵੇਖਣ ਨੂੰ ਤੁਹਾਨੂੰ ਲੱਗਦਾ ਸ਼ਰੀਰ ਸਾਹਿਬ ਬੰਤਰ ਇੱਕੋ ਜਿਹੀ ਹੁੰਦੀ ਆ, ਥੋੜਾ ਜਿਹਾ ਬੈਂਡ ਦਾ ਫਰਕ ਪੈਂਦਾ। ਇਹ ਸਰੋਈ ਆ, ਲਾਈਟ ਵੇਟ ਹੁੰਦੀ ਆ। ਅੱਛਾ ਜੀ, ਸਿੱਧੀ ਹੁੰਦੀ ਆ ਥੋੜੀ ਜਿਹੀ ਸ਼ਰੀਰ ਸਾਹਿਬ ਨਾਲੋਂ। ਗਾਤਰੇ ਪਾਉਣ ਦੇ ਬਹੁਤ ਲਾਈਟ ਰਹਿੰਦੀ ਆ। ਜੇ ਆਪਾਂ ਵਜਨੀ ਸ਼ਸਤਰ, ਜੰਗੀ ਸ਼ਸਤਰ ਹੈਗਾ, ਸਾਰੇ ਸ਼ਸਤਰ ਸਾਰੇ ਹੀ ਜੰਗੀ ਹੁੰਦੇ ਆ ਜੀ। ਸ਼ਸਤਰ ਜਿਹੜਾ ਵੀ ਮੌਕੇ ਤੇ ਕੰਮ ਆ ਗਿਆ ਉਹ ਜੰਗੀ ਹੋਈ ਹੈ ਜੀ। ਸਰੋਹੀ ਔਰ ਸ਼੍ਰੀ ਸਾਹਿਬ, ਅਸੀਂ ਜਿਹੜਾ ਇਹ ਸ਼ਸਤਰ ਹੈਗਾ ਇਹ ਸ਼੍ਰੀ ਸਾਹਿਬ ਹੈ। ਇਹ ਸ਼੍ਰੀ ਸਾਹਿਬ, ਸ਼੍ਰੀ ਸਾਹਿਬ ਮਤਲਬ ਥੋੜਾ ਜਿਹਾ ਬੈਂਡ ਹੁੰਦਾ, ਔਰ ਸਰੋਹੀ ਜਿਹੜੀ ਹੈ ਥੋੜੀ ਜਿਹੀ ਸਿੱਧੀ ਹੁੰਦੀ ਹੈ। ਇਹ ਮੁੱਢ ਤੋਂ ਹੀ ਬੈਂਡ ਪੈਣਾ ਸ਼ੁਰੂ ਹੋ ਜਾਂਦਾ ਸ਼੍ਰੀ ਸਾਹਿਬ 'ਚ। ਸਰੋਹੀ ਦੇ ਜਾ ਕੇ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ, ਥੋੜਾ ਜਿਹਾ ਬਸ ਮਾਮੂਲੀ ਜਿਹਾ। ਬੰਤਰ ਤਕਰੀਬਨ ਇਹਨਾਂ ਦੀ ਇੱਕੋ ਜੀ ਹੈ। ਤਾਂ ਕੀ ਇਹਨਾਂ ਸ਼ਸਤਰਾਂ ਦਾ ਜਿਹੜਾ ਵਾਰ ਹੈਗਾ ਫਿਰ ਉਹਦਾ ਅਸਰ ਵੀ ਵੱਖੋ ਵੱਖਰਾ ਹੈ? ਹਾਂ ਬਿਲਕੁਲ ਹੈਗਾ ਜੀ, ਕੋਈ ਸ਼ੱਕ ਨਹੀਂ। ਕਈ ਸਿੰਘ ਤੁਸੀਂ ਦੇਖਿਓ ਇਦਾਂ ਪਾਈ ਫਿਰਦੇ ਹੁੰਦੇ ਆ ਗਾਤਰੇ। ਹਾਂਜੀ ਹਾਂ, ਕਈਆਂ ਨੇ ਇਦਾਂ ਕਹਿ ਦਿੰਦੇ ਪੁੱਠੀ ਪਾਈ ਹੈ। ਅਸਲ ਹੁਣ ਵਾਰ ਤਾਂ ਐਂ ਕਰਨਾ, ਸਿੱਧਾ ਤਾਂ ਐਂ ਹੋਣਾ ਜੀ। ਜਦੋਂ ਤੁਸੀਂ ਸ਼੍ਰੀ ਸਾਹਿਬ ਬਾਹਰ ਕੱਢੋਗੇ, ਇਦਾਂ ਕੱਢੋਗੇ ਇਹਨੂੰ, ਜਿਹੜਾ ਸਾਹਮਣੇ ਕੋਈ ਦੁਸ਼ਮਣ ਖੜਾ ਫਿਰ ਵਾਰ ਤਾਂ ਉੱਤੇ ਉਹਦੇ ਹੋਣਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ, ਪੁੱਠਾ ਸਿੱਧਾ ਸ਼ਸਤਰ ਨਹੀਂ ਹੁੰਦਾ। ਸ਼ਸਤਰ ਚਲਾਉਣ ਵਾਲੇ ਤੇ ਡਿਪੈਂਡ ਹੁੰਦਾ ਜੀ। ਕਈ ਪੁੱਠੇ ਨਾਲ ਵੀ ਵਾਰ ਕਰ ਜਾਂਦਾ, ਕਿੰਨਾ ਤੋਂ ਸਿੱਧਾ ਨਾਲ ਵੀ ਨਹੀਂ ਹੁੰਦਾ ਜੀ। ਔਰ ਇਹ ਸ਼ਸਤਰ ਦੇਖੋ ਬੜਾ ਕਮਾਲ ਦਾ ਸ਼ਸਤਰ ਆ। ਇਹ ਸ਼ਸਤਰ ਦਾ ਕੀ ਨਾਮ ਹੈਗਾ? ਇਹ ਕਾਤੀ ਹੈ ਜੀ। ਕਾਤੀ ਆਪਾਂ ਪੜ੍ਹਦੇ ਕਾਤੀ ਕਟਾਰੀ ਜੀ। ਇਹਦੇ ਨਾਲ ਭਾਵੇਂ ਤੁਸੀਂ ਲੋਹਾ ਵੱਢ ਲਓ। ਅੱਛਾ ਜੀ, ਇਹ ਜਿਹੜਾ ਪਿਛਲੇ ਪਾਸੇ ਇਹ ਟੱਕ ਹੈਗੇ, ਇਹ ਟੱਕ ਕਿਸੇ ਜਿਹੜੀ ਵੀ ਚੀਜ਼ ਨੂੰ ਢਾਲ ਕੇ ਬਣਾਈ ਗਈ ਹੈ ਚੀਜ਼, ਉਹਦੇ ਕੋਈ ਦੰਦੇ ਨੇ ਇਹ ਜੀ। ਕਿਸੇ ਨਾਲ ਪੁੱਠਾ ਵੀ ਵਾਰ ਕਰਨਾ, ਤੁਸੀਂ ਇਹ ਦੰਦੇ ਨੂੰ ਵੀ ਇਦਾਂ ਰੱਖ ਕੇ ਵੀ ਐਂ ਕਰੋਗੇ ਆਰੀ ਵਾਂਗੂ, ਤਾਂ ਇਹ ਵਾਰ ਕਰੂਗਾ ਜੀ। ਤਾਂ ਭਾਈ ਰਜਿੰਦਰ ਸਿੰਘ ਨੇ ਇਹ ਸਾਰੇ ਜਿਹੜੇ ਸ਼ਸਤਰ ਆ ਉਹ ਘਰ ਦੇ ਵਿੱਚ ਰੱਖੇ ਹੋਏ ਆ। ਔਰ ਇਹ ਕੀ ਸਾਰੇ ਹੀ ਜਿਹੜਾ ਸਿੱਖਾਂ ਨੂੰ ਜਿਹੜਾ ਹੈਗਾ ਇਹ ਰੱਖਣੇ ਚਾਹੀਦੇ ਨੇ ਘਰਾਂ ਦੇ ਵਿੱਚ? ਗੁਰੂ ਪਾਤਸ਼ਾਹ ਦਾ ਹੁਕਮ ਹੈ। ਜੋੜ ਮੇਲੇ, ਹੁਣ ਸ਼ਬਦ ਵਿੱਚੋਂ ਨਿਕਲ ਗਿਆ ਜੋੜ, ਮੇਲੇ ਰਹਿ ਗਏ ਇਕੱਲੇ।
ਇਹ ਅਸਲ ਸੀ ਜੋੜ ਮੇਲੇ। ਜੋੜ ਮੇਲਿਆਂ ਤੇ ਸਿੰਘ ਇੱਕ ਦੂਜੇ ਨਾਲ ਸਾਈ ਕਰਦੇ ਸੀ ਸ਼ਾਸਤਰ ਦੀ, ਵੀ ਮੈਨੂੰ ਤੁਸੀਂ ਦੇ ਕੇ ਜਾਣਾ ਹੈ ਕਿ ਭਾਈ ਕਾਤੀ ਬਣਾ ਕੇ ਲਿਆਉਣੀ ਆ, ਅੱਛਾ ਜੀ, ਉਹਦੀ ਤੁਸੀਂ ਆਹ ਭੇਟਾ ਲੈ ਲਓ, ਬਾਕੀ ਭੇਟਾ ਮੈਂ ਦਊਂਗਾ ਹਾੜੀ ਤੇ ਵੱਡੀ ਤੋਂ, ਤੇ ਤੁਸੀਂ ਬਣਾ ਦਿਓ। ਸਾਈ ਤੇ ਬਣਦੇ ਸੀ ਤਾਂ ਜੋੜ ਮੇਲਿਆਂ ਤੇ ਇੱਕ ਪਿਰਤ ਬਣ ਗਈ ਸੀ ਵੀ ਸ਼ਾਸਤਰ ਜਦੋਂ ਵੀ ਲੈਣਾ ਉਹਦੇ ਸ਼ਹੀਦਾਂ ਸਿੰਘਾਂ ਨੂੰ, ਉਹਦੇ ਪਾਤਸ਼ਾਹਾਂ ਨੂੰ ਯਾਦ ਕਰਕੇ, ਜਿਹੜੇ ਦਿਨ ਨੂੰ ਮਨਾਉਣ ਗਏ ਉਹਨਾਂ ਨੂੰ ਯਾਦ ਕਰਕੇ ਘਰੇ ਲੈ ਕੇ ਆਉਣਾ। ਸਾਨੂੰ ਪਤਾ ਲੱਗੇ ਵੀ ਉਹ ਮੌਕੇ ਦੇ, ਉਹ ਦਿਨ ਦੇ ਸ਼ਹੀਦ ਸਾਡੇ ਘਰੇ ਆ ਗਏ। ਪੁਰਾਣੇ ਬਜ਼ੁਰਗ ਜਦੋਂ ਮੇਲਿਆਂ 'ਚ ਜਾਂਦੇ ਸੀ, ਆਮ ਹੀ ਦੇਖਿਆ ਸਾਡੇ ਵੀ ਮੇਲੇ, ਵਿਸਾਖੀ ਦਾ ਮੇਲਾ ਜਾਂ ਕੋਈ ਜਿਹੜਾ ਹੋਲਾ ਮਹੱਲਾ ਜਾਂ ਮੁਕਤਸਰ ਵਾਲਾ ਮੇਲਾ, ਉਦੋਂ ਬਜ਼ੁਰਗ ਕੋਈ ਖੁੰਡਾ ਲਿਆਉਣਾ, ਕਿਸੇ ਨੇ ਕਿਰਪਾਨ ਲਿਆਉਣੀ, ਤਾਂ ਲੈ ਕੇ ਆਉਂਦੇ। ਬਿਲਕੁਲ, ਇਹ ਸਾਨੂੰ ਆਦੇਸ਼ ਆ, ਹੁਕਮ ਆ ਸਾਨੂੰ, ਕਹਿ ਲਓ, ਇਹ ਸਾਡੀ ਮਰਜ਼ੀ ਨਹੀਂ। ਇਹ ਨਹੀਂ ਵੀ ਅਸੀਂ ਉੱਥੋਂ ਪਲਾਸਟਿਕ ਦੇ ਕੰਘੀਆਂ, ਪਲਾਸਟਿਕ ਦੇ ਬਾਜ਼ੀਆਂ ਖੇਡਣ ਨੂੰ ਬੱਚਿਆਂ ਦੇ ਇਹ ਲੈ ਕੇ ਮੁੜੇ ਆਈਏ, ਇਹ ਸਾਡਾ ਮਕਸਦ ਨਹੀਂ ਹੁੰਦਾ। ਸਾਨੂੰ ਕਿਹਾ ਇਹ ਲੋਹੇ ਦੇ ਪੁਜਾਰੀ ਰਹਿਣਾ, ਆਪਣਾ ਲੋਹਾ ਹੀ ਆ ਸਾਰਾ ਕੁਝ। ਸਰਬ ਲੋਹ ਆਪਾਂ ਤਾਂ ਹੀ ਮੰਨਦੇ ਹਾਂ। ਚਲੋ ਦਲ ਪੰਥ 'ਚ ਤਾਂ ਸਰਬ ਲੋਹ ਦਰਬਾਰ ਦੀ ਵੀ ਮਾਨਤਾ ਹੈ। ਜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਨਹੀਂ ਉਹ ਗੱਲ ਨੂੰ ਮੰਨਦੇ ਤਾਂ ਉਹਨਾਂ ਦੀ ਮਰਜ਼ੀ, ਆਪਾਂ ਧੱਕੇ ਨਾਲ ਕਿਸੇ ਨੂੰ ਮਨਾ ਨਹੀਂ ਸਕਦੇ। ਪਰ ਜੇ ਸਰਬ ਲੋਹ ਗ੍ਰੰਥ ਤੁਸੀਂ ਸਾਰੇ ਸਰਲ ਕਰ ਲਓ, ਮੇਰੀ ਬੇਨਤੀ ਸੰਗਤ ਨੂੰ, ਸਾਰਿਆਂ ਨੂੰ, ਪੜ੍ਹੇ ਲਿਖਿਆਂ ਨੂੰ, ਜਿਹੜੇ ਸੁਣ ਸਕਦੇ ਨੇ ਬਜ਼ੁਰਗ, ਉਹਨਾਂ ਦੇ ਘਰੇ ਪੋਤੇ ਪੋਤੀਆਂ ਪੜ੍ਹੇ ਲਿਖੇ ਆ, ਉਹਨਾਂ ਨੂੰ ਕਹੋ ਪੜ੍ਹਨ। ਨਹੀਂ ਪਤਾ ਲੱਗਦਾ, ਕਿਸੇ ਵੀ YouTube ਦੇ ਚੈਨਲ ਤੇ ਜਾ ਕੇ ਸੰਸਥਾ ਦੁਆਰਾ ਆਪਣੇ ਪ੍ਰਚਾਰਕ ਨੇ, ਬਾਬਾ ਬੰਤਾ ਸਿੰਘ ਜੀ ਨੇ, ਗਿਆਨੀ ਸ਼ੇਰ ਸਿੰਘ ਜੀ ਨੇ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ, ਕਿਉਂਕਿ ਉਹਨਾਂ ਨੇ ਇਹ ਗੱਲ ਤੇ ਸਟੱਡੀ ਕੀਤੀ ਆ, ਆਪਾਂ ਨੂੰ ਉਹ ਦੱਸ ਸਕਦੇ ਆ। ਪਰ ਮੇਰੀ ਬੇਨਤੀ ਸਾਰਿਆਂ ਨੂੰ, ਤੁਸੀਂ ਜ਼ਰੂਰ ਪੜ੍ਹੋ। ਚੰਗਾ ਮਾੜਾ ਪੱਖ ਤੁਸੀਂ ਆਪਦੀ ਮੱਤ ਨਾਲ ਵਿਚਾਰੋ, ਪਰ ਪੜ੍ਹੋ ਜ਼ਰੂਰ ਜੀ, ਇਹ ਮੇਰੀ ਬੇਨਤੀ ਹੈ ਜੀ। ਜੀ, ਤਾਂ ਇਹ ਸ਼ਸਤਰ ਇਹ ਖੰਜਰ ਆ ਜੀ, ਇਹ ਖੰਜਰ ਹੈ, ਇਹ ਖੰਜਰ ਦੇ ਵੀ ਦਰਸ਼ਨ ਕਰਾ ਦਿਓ ਜ਼ਰੂਰ। ਇਹ ਖੰਜਰ ਨੇ, ਇਹ ਖੰਜਰ ਜੀ, ਇਹ ਵੀ ਕਮਰ ਕੱਸੇ ਰੱਖਣ ਵਾਲਾ? ਹਾਂਜੀ, ਕਮਰ ਕੱਸੇ ਦੇ ਸ਼ਸਤਰ ਨੇ ਜੀ। ਇਹ ਖੰਜਰ ਹੈਗਾ, ਇਹ ਵੀ ਖੰਜਰ ਆ ਵੀ ਖੰਜਰ ਆ ਜੀ। ਇਹ ਥੋੜਾ ਜਿਹਾ ਵੱਡੇ ਸਾਈਜ਼ 'ਚ ਆ ਜਾਂਦਾ। ਇਹਦੇ ਨਾਲ ਭਾਵੇਂ ਤੁਸੀਂ ਸੰਜੋਗ ਪਾੜ ਲਓ ਲੋਹੇ ਦੀ। ਹਾਂ, ਇੰਨੀ ਵਧੀਆ ਹੁੰਦੀ ਹੈ, ਦੇਖੋ ਉਹਨੂੰ ਫੜ ਕੇ ਦਾ ਫਾੜ ਜੀ। ਲੋਹੇ ਦੀ ਸੰਜੋਗ ਜਿਹੜੀ ਹੈਗੀ ਆ ਉਹ ਵੀ ਪਾੜ ਦਿੰਦਾ ਹੈ ਸ਼ਸਤਰ, ਇੰਨਾ ਜ਼ਬਰਦਸਤ ਬਣਿਆ ਹੁੰਦਾ। ਜੀ ਜੀ ਜੀ। ਇਹ ਵੀ ਖੰਜਰ ਆ, ਇਹ ਵੀ ਖੰਜਰ ਹੀ ਹੈ ਜੀ। ਇਹਦੀ ਬਣਾਵਟ ਥੋੜੀ ਜਿਹੀ ਪੈਸਟਲ ਵਾਂਗੂ ਬਣਾਤੀ ਇਹਨਾਂ ਨੇ, ਪਰ ਆਵੇ ਵਿੱਚੋਂ ਖੰਜਰ ਹੀ ਹੈ ਜੀ। ਤਾਂ ਜਿਹੜੀ ਇੱਕ ਬੜੀ ਖਾਸ ਗੱਲ ਹੈ, ਜਦੋਂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ ਜੀ, ਤਾਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਮਤਲਬ ਇਸ ਧਰਤੀ ਦੇ ਉੱਤੇ, ਇਸ ਖਿੱਤੇ ਦੇ ਉੱਤੇ ਬੜਾ ਜ਼ੁਲਮ ਸੀ। ਮੁਗਲ ਹਕੂਮਤ ਜ਼ੁਲਮ ਕਰ ਰਹੀ ਸੀ। ਰੋਜ਼ਾਨਾ 1.25 ਮਣ ਜਨੇਊ ਲਾ ਕੇ ਫਿਰ ਜਿਹੜਾ ਹੈਗਾ ਹਿੰਦੂ ਮਾਰ ਕੇ ਫਿਰ ਰੋਟੀ ਖਾਧੀ ਜਾਂਦੀ ਸੀ। ਤਾਂ ਸੱਚੇ ਪਾਤਸ਼ਾਹ ਨੇ ਜਿਹੜਾ ਇੱਕ ਉਹਨਾਂ ਹੀ ਮਜ਼ਲੂਮਾਂ ਦੇ ਵਿੱਚੋਂ 5 ਪਿਆਰੇ ਚੁਣੇ, ਬਿਦਰ ਚੋਂ, ਕਰਨਾਟਕਾ ਚੋਂ, ਸਾਰੇ ਹਿੱਸਿਆਂ ਦੇ ਵਿੱਚੋਂ 5 ਸਿੱਖ ਚੁਣ ਕੇ ਉਹਨਾਂ ਨੂੰ ਆਪਣਾ ਸਰੂਪ ਦਿੱਤਾ। ਉਹ ਸ਼ਕਤੀ ਜਿਹੜੀ ਆ, ਉਹ ਬਖਸ਼ਿਸ਼ ਜਿਹੜੀ, ਉਹ ਸ਼ਸਤਰਾਂ ਦੀ ਬਦੌਲਤ ਇੱਕ ਆਮ ਇਨਸਾਨ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਜਦੋਂ ਤੁਸੀਂ ਵੀ ਸਿਵਲ 'ਚ ਰਹਿਣ ਵਾਲੇ ਵੀ ਸ਼ਸਤਰ ਹੱਥ 'ਚ ਚੱਕ ਲੈਂਦੇ ਹੋ, ਤੁਸੀਂ ਆਪਦੇ ਸੱਚੋ ਮਨੋਂ ਦੱਸੋ, ਤੁਹਾਡੇ 'ਚ ਵੀ ਦਲੇਰੀ ਆ ਜਾਂਦੀ। ਭਾਵੇਂ ਤੁਸੀਂ, ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਲੜਾਈ ਹੋਈ ਭਾਲਦਾ ਸ਼ਸਤਰ, ਕਈ ਵਾਰੀ ਇਹ ਕਲੇਸ਼ ਟਾਲਦਾ ਵੀ ਆ ਜੀ। ਜੇ ਮੂਹਰੇ ਤੁਹਾਡੇ ਤੇ ਕੋਈ ਚੜ੍ਹ ਕੇ ਆਇਆ ਵਾ, ਨਿਹੱਥਾ ਆਇਆ, ਤੁਹਾਡੇ ਤੇ ਹਮੇਸ਼ਾ ਕੋਲੇ ਸ਼ਸਤਰ ਰਹਿਣਾ ਹੀ ਰਹਿਣਾ, ਉਹ ਸ਼ਸਤਰ ਵੇਖ ਕੇ ਵੀ ਟਾਲਾ ਵੱਟ ਜਾਂਦਾ ਵੀ ਨਹੀਂ, ਇਹਨਾਂ ਨਾਲ ਆਪਾਂ ਝਗੜਾ ਨਹੀਂ ਕਰਨਾ। ਇਹ ਬਚਾਉਂਦਾ ਵੀ ਆ ਆਪਾਂ ਨੂੰ ਕਲੇਸ਼ ਤੋਂ। ਜ਼ਰੂਰੀ ਨਹੀਂ ਵੀ ਹਰ ਵਾਰੀ ਇਹਦੇ ਨਾਲ ਆਪਾਂ ਕਲੇਸ਼ ਹੀ ਕਰਨਾ ਜੀ। ਕਿਰਪਾਨ ਤੇ ਤਲਵਾਰ ਦਾ ਫਰਕ ਆ। ਕਿਰਪਾ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਦੀ ਹੋਵੇ, ਕਿਸੇ ਦੀ ਆਨ ਇੱਜ਼ਤ ਬਚਾਉਣੀ ਹੋਵੇ, ਉਹ ਆ ਕਿਰਪਾਨ ਜੀ। ਤਲਵਾਰ ਆਪ ਤੋਂ ਨੀਵੇਂ ਤੇ ਵਾਰ ਕਰਨਾ, ਤਲਮੀਨ 'ਚ ਥੱਲਾ ਵਾਰ ਆਪਾਂ ਸਮਝਦੇ ਹਾਂ ਕਿਸੇ ਦੇ ਕਰਨਾ। ਆਪ ਤੋਂ ਨੀਵੇਂ ਤੇ ਵਾਰ ਕਰਨ ਵਾਸਤੇ ਤਲਵਾਰ ਚੱਕੀ ਜਾਂਦੀ ਆ। ਸ਼੍ਰੀ ਸਾਹਿਬ ਤੇ ਕਿਰਪਾਨ ਸਾਡੀ ਮਰਜ਼ਾਦਾ ਹੈ। ਕਈ ਥਾਂ ਅਸੀਂ ਦੇਖਦੇ ਹਾਂ ਵੀ ਕਈ ਵਾਰੀ ਗਾਹੇ ਬਗਾਹੇ ਕੁਛ ਲੀਡਰ ਨੇ, ਕੁਛ ਹੋਰ ਵੀ ਕਹਿੰਦੇ ਵੀ ਇਹ ਕਿਰਪਾਨ, ਇਹ ਤਲਵਾਰ ਧਾਰੀ ਲੋਕ ਨੇ ਜੀ, ਇਹ ਤਲਵਾਰ ਚੁੱਕਦੇ ਨੇ। ਸਿੱਖ ਦੀ ਕਿਰਪਾਨ ਤੇ ਹੋਰ ਤਲਵਾਰ ਦੇ ਵਿੱਚ ਇਹ ਅੰਤਰ ਹੈ? ਬਿਲਕੁਲ ਹੈਗਾ ਜੀ। ਤਲਵਾਰ ਜਹਾਂਗੀਰ ਨੇ ਚੱਕੀ, ਤਲਵਾਰ ਔਰੰਗਜ਼ੇਬ ਨੇ ਚੱਕੀ, ਅਸੀਂ ਹਮੇਸ਼ਾ ਕਿਰਪਾਨ ਚੱਕੀ। ਅਸੀਂ ਕਦੇ ਬਦਲੇ ਦੀ ਰਾਜਨੀਤੀ ਨਹੀਂ ਕੀਤੀ। ਕਦੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਤੂੰ ਮੇਰੇ ਪਰਿਵਾਰ ਦਾ ਬਦਲਾ ਲੈਣਾ ਜਾਏ। ਉਹਨਾਂ ਨੇ ਕਿਹਾ ਸਿੱਖ ਪੰਥ ਨੂੰ ਸੱਚ ਦੱਸਣ ਦਾ ਬਦਲਾ ਲੈਣਾ। ਉਹ ਲਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਿਆ, ਸ਼ਸਤਰਧਾਰੀ ਹੋ ਕੇ ਲਿਆ। ਸ਼ਸਤਰਾਂ ਤੋਂ ਬਿਨਾਂ ਸਾਡੀ ਸੁਣਵਾਈ ਹੋਈ ਕਿਤੇ ਨਹੀਂ, ਇਹ ਮੇਰਾ ਮੰਨਣਾ ਜੀ ਜੀ ਜੀ। ਤਾਂ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਨੇ ਪਿਛਲੇ ਦਿਨੀ ਜਿਹੜਾ ਆਦੇਸ਼ ਦਿੱਤਾ ਹੈਗਾ ਵੀ ਹਰ ਇੱਕ ਨੌਜਵਾਨ ਸ਼ਸਤਰਧਾਰੀ ਹੋਵੋ, ਆਧੁਨਿਕ ਸ਼ਸਤਰ, ਉਹਨਾਂ ਨੇ ਕਿਹਾ ਵੀ ਸ਼ੂਟਿੰਗ ਰੇਂਜਾਂ ਸਥਾਪਿਤ ਕੀਤੀਆਂ ਜਾਣ, ਤਾਂ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੋ? ਹਾਂ ਬਿਲਕੁਲ। ਮੇਰਾ ਬੱਚਾ ਹੈਗਾ ਮੋਹਕਮ ਸਿੰਘ, ਹੋ ਗਿਆ 7-8 ਸਾਲ ਦਾ ਤਕਰੀਬਨ। ਇਹ ਨਿਸ਼ਾਨਾ ਲਾਉਣਾ ਸਿੱਖ ਰਿਹਾ, ਤੀਰ ਕਮਾਨ ਨਾਲ। ਮਹਾਰਾਜ ਕਿਰਪਾ ਕਰੇ ਛੇਤੀ ਛੇਤੀ ਸਿੱਖੇ। ਮੈਂ ਵੇਖ ਕੇ ਖੁਸ਼ ਹੁੰਦਾ ਇਹਨੂੰ ਵੀ ਹਾਂ ਇਹ ਮਿਹਨਤ ਕਰਦਾ ਜੀ, ਚੰਗੀ ਗੱਲ ਆ। ਸਾਰੇ ਬੱਚਿਆਂ ਨੂੰ ਸਿੱਖਣਾ ਚਾਹੀਦਾ। ਮੈਂ ਸਭ ਨੂੰ ਅਪੀਲ ਕਰਦਾ, ਗੱਤਕਾ ਵਾਸਤੇ ਟਾਈਮ ਕੱਢੋ। ਮੇਰੇ ਬੱਚੇ ਜਿੰਨੇ ਵੀ ਹੈਗੇ ਨੇ, ਮੇਰੇ ਆਪਦੇ ਧੀਆਂ ਪੁੱਤ, ਸਾਰੇ ਆਪਦਾ ਟਾਈਮ, ਮਾਰਸ਼ਲ ਆਰਟ ਆ, ਫਿੱਟ ਰਹੋਗੇ, ਜਿੰਮਾਂ 'ਚ ਜਾਣ ਦੀ ਲੋੜ ਨਹੀਂ ਪੈਣੀ। ਜ਼ਰੂਰ ਸਿੱਖੋ, ਭਾਵੇਂ 1 ਘੰਟਾ ਲਾਓ ਸ਼ਾਮ ਨੂੰ, ਜ਼ਰੂਰ ਲਾਓ ਜੀ। ਬਿਲਕੁਲ। ਤਾਂ ਸਿੱਖ ਕੌਮ ਦਾ ਜਿਹੜਾ ਜਨਮ ਸੱਚੇ ਪਾਤਸ਼ਾਹ ਨੇ 1469 ਗੁਰੂ ਨਾਨਕ ਮਹਾਰਾਜ ਪ੍ਰਕਾਸ਼ ਧਾਰਦੇ ਆ, ਉਦੋਂ ਤੋਂ ਹੋ ਜਾਂਦਾ, ਔਰ ਖਾਲਸੇ ਦੀ ਨੀਂਹ ਜਿਹੜੀ ਹੈ ਉਹ 1699 ਵਿੱਚ ਰੱਖੀ ਜਾਂਦੀ ਹੈ। ਤਾਂ ਮੈਂ ਫਿਰ ਉੱਥੇ ਹੀ ਜਾਣਾ ਚਾਹਣਾ
ਵੱਡਾ ਇਕੱਠ ਸੀ ਅਨੰਦਪੁਰ ਸਾਹਿਬ ਦੇ ਬਿਲਕੁਲ ਵਿੱਚ, ਜੀ, ਗੁਰੂ ਪਾਤਸ਼ਾਹ ਨੇ ਉਹਨਾਂ ਮਜ਼ਲੂਮ ਲੋਕਾਂ ਦੇ ਵਿੱਚੋਂ ਹੀ ਖਾਲਸਾ ਸਾਜਿਆ। ਬਿਲਕੁਲ ਜੀ। ਤਾਂ ਹੁਣ ਵੀ ਜਦੋਂ ਮਤਲਬ ਅੰਮ੍ਰਿਤ ਛਕਾਇਆ ਜਾਂਦਾ ਹੈ, ਅੰਮ੍ਰਿਤ ਦੀ ਵਿਧੀ ਤਿਆਰ ਹੁੰਦੀ ਆ, ਅੰਮ੍ਰਿਤ ਛਕ ਲੈਂਦੇ ਆ, ਸ਼ਸਤਰਧਾਰੀ ਹੋ ਜਾਂਦੇ ਆ, ਤਾਂ ਹੁਣ ਵੀ ਉਹੀ ਅਹਿਸਾਸ ਹੈ। ਬਿਲਕੁਲ ਜੀ। ਤਾਂ ਕਿਤੇ ਨਾ ਕਿਤੇ ਸਾਡੀ ਪੀੜ੍ਹੀ ਸ਼ਸਤਰਾਂ ਤੋਂ ਕਿਉਂ ਦੂਰ ਹੋ ਰਹੀ, ਅੰਮ੍ਰਿਤ ਤੇ ਛਕ ਰਹੀ ਹੈ, ਅਸੀਂ ਮਾਫ ਕਰਨਾ ਮੈਂ ਵੀ ਵਿੱਚੇ ਸ਼ਾਇਦ ਕਿਤੇ ਨਾ ਬਿਲਕੁਲ ਕਿਤੇ, ਜੀ, ਬਿਲਕੁਲ। ਪਰ ਸ਼ਸਤਰਾਂ ਤੋਂ ਅਸੀਂ ਦੂਰ ਹੋ ਰਹੇ, ਬਾਣੀ ਤੋਂ ਵੀ ਦੂਰ ਹੋ ਰਹੇ। ਬਿਲਕੁਲ, ਇਹ ਆਪਦੀ ਚੁਆਇਸ ਤਾਂ ਹੋ ਸਕਦੀ ਆ, ਪਰ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਧੱਕੇ ਨਾਲ ਆਪਾਂ ਨੂੰ ਦੂਰ ਕਰ ਲੂਗਾ, ਕਿਉਂਕਿ ਜਿਹੜੀ ਚੀਜ਼ 'ਚ ਆਪਾਂ ਜਨਮੇ ਆ, ਜਿਹੜਾ ਆਪਣਾ ਲਾਣਾ ਹੈ, ਆਪਾਂ ਉਹ ਤੋਂ ਆਪ ਟੁੱਟੀ ਜਾਂਦੇ ਆ, ਤਾਂ ਆਪਾਂ ਨੂੰ ਕਿਸੇ ਨੇ ਤਾਂ ਤੋੜਿਆ ਨਹੀਂ। ਹੁਣ ਤੁਸੀਂ ਖੜੇ ਹੋ, ਤੁਹਾਨੂੰ ਕਿਸੇ ਨੇ ਤਾਂ ਨਹੀਂ ਕਿਹਾ ਹੋਣਾ ਵੀ ਤੂੰ ਸ਼ਸਤਰ ਨਾ ਰੱਖ, ਨਹੀਂ ਕਿਹਾ, ਤੁਹਾਡੀ ਆਪ ਦੀ ਮਰਜ਼ੀ ਆ। ਅਸੀਂ ਆਪ ਦੂਰ ਜਾ ਰਹੇ ਹਾਂ। ਅਸੀਂ ਇਹ ਗੱਲ ਨੂੰ ਐਂ ਸਮਝਣਾ ਵੀ ਇਹ ਤਾਂ ਕਮਲੇ ਨਿਹੰਗਾਂ ਦਾ ਕੰਮ ਆ। ਜਿਹੜੀ ਹੁਣ ਦੀ ਦੁਨੀਆਦਾਰੀ ਦੀ ਸੋਚ ਆ ਵੀ ਐਵੇਂ ਕਿਰਪਾਨਾਂ ਚੱਕੀ ਫਿਰਨੀਆਂ, ਐਵੇਂ ਢਾਲੇ ਚੱਕੀ ਭਾਲੇ ਚੱਕੀ ਫਿਰਨੇ, ਇਹ ਤਾਂ ਜੀ ਐਵੇਂ ਨਿਹੰਗਾਂ ਦਾ ਕਮਲਿਆਂ ਦਾ ਕੰਮ ਹੈ, ਇਹ ਸਾਡਾ ਕੰਮ ਨਹੀਂ। ਨਾ ਪੁੱਤ ਤੂੰ ਨਿਹੰਗਾਂ ਕੋਲੋਂ ਨਿਹੰਗ ਤੈਨੂੰ ਚੱਕ ਕੇ ਲੈ ਜਾਣਗੇ। ਹੁਣ ਦੱਸੋ, ਜਦੋਂ ਰੈਕੜ ਹੀ ਬਾਣੇ ਦਾ ਇਹੋ ਜਿਹਾ ਬਣਾਇਆ ਵਾ, ਫਿਰ ਕਿਵੇਂ ਸਿੰਘ ਇੱਧਰ ਨੂੰ ਤੁਰਨਗੇ? ਚੰਗੇ ਜੀਵਨ ਵਾਲੇ ਸਿੰਘਾਂ ਨੂੰ ਉਦਮ ਕਰਨਾ ਚਾਹੀਦਾ, ਉਹਨੂੰ ਦੱਸਣਾ ਚਾਹੀਦਾ ਸਿੰਘਾਂ ਦੇ ਸਾਹਮਣੇ ਆ ਕੇ ਵੀ ਕੀ ਆਪਣੀ ਕਮਾਈ ਆ, ਕੀ ਆਪਾਂ ਕਰਨਾ। ਜੀ ਜ਼ਰੂਰ ਤੁਹਾਡੇ ਤੇ ਵੀ ਅਸਰ ਹੋਊਗਾ, ਤੁਸੀਂ ਵੀ ਰੱਖਣ ਲੱਗੋਗੇ। ਤੁਸੀਂ ਕਿਤੇ ਜਾ ਰਹੇ ਹੋ, ਸਫ਼ਰ 'ਚ ਜਾ ਰਹੇ ਹੋ, ਤੁਹਾਡੇ ਨਾਲ ਕੋਈ ਨਹੀਂ, ਤੁਹਾਡੇ ਕੋਲ ਸ਼ਾਸਤਰ ਪਿਆ, ਤੁਹਾਨੂੰ ਇਹ ਲੱਗੂ ਗੱਡੀ ਭਰੀ ਭਰੀ ਆ। ਜਦੋਂ ਸ਼ਾਸਤਰ ਵੀ ਹੈ ਨਹੀਂ, ਤੁਸੀਂ ਨਹੱਥੇ ਜਾ ਰਹੇ ਹੋ, ਤਾਂ ਤੁਹਾਨੂੰ ਇੱਕ ਬੰਦਾ ਵੀ ਕੁੱਟ ਸਕਦਾ। ਜੇ ਸ਼ਾਸਤਰ ਕੋਲੇ ਭਾਵੇਂ 100 ਬੰਦਾ ਚੜ੍ਹ ਕੇ ਆਵੇ, ਤੁਸੀਂ ਭਾਰੂ ਪਾਓਗੇ। ਜੀ 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 ਜੀ। ਤਾਂ ਸ਼ਸਤਰਾਂ ਦਾ ਸਿੱਖ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਸਥਾਨ ਆ, ਇਤਿਹਾਸ ਦੇ ਵਿੱਚ ਸ਼ਸਤਰਾਂ ਦਾ ਬਹੁਤ ਅਹਿਮ ਜਿਹੜਾ ਕਿ ਸਥਾਨ ਆ। ਗੁਰੂ ਪਾਤਸ਼ਾਹ ਦਾ ਜਿਹੜਾ ਇਤਿਹਾਸ ਹੈ, ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਅਨੇਕਾਂ ਹੀ ਐਸੀਆਂ ਘਟਨਾਵਾਂ ਆ ਜਦੋਂ ਚੜ੍ਹ ਕੇ ਆਉਣ ਵਾਲੇ ਨੂੰ ਜਿਹੜਾ ਸ਼ਸਤਰਾਂ ਦੇ ਨਾਲ ਜਿਹੜਾ ਹੈਗਾ ਉਹ ਕਰਾਰੀ ਜਿਹੜੀ ਹੈਗੀ ਆ ਮਾਰਗ ਉਹ ਦਿੱਤੀ ਗਈ ਆ। ਝੁੱਕ ਕੇ ਆਉਣ ਵਾਲਿਆਂ ਨੂੰ ਜਿਹੜਾ ਹੈਗਾ ਉਹ ਗੁਰੂ ਘਰ ਦੇ ਵਿੱਚੋਂ ਸਿੱਖ ਜਿਹੜਾ ਕਿ ਉਹ ਸਿੱਖ ਸਫ਼ਿਆਂ ਦੇ ਵਿੱਚੋਂ ਉਹ ਮਾਨ ਤਾਣ ਵੀ ਦਿੱਤਾ ਗਿਆ ਹੈਗਾ। ਜਿੱਦਾਂ ਬਾਬਾ ਬਚਿੱਤਰ ਸਿੰਘ ਜੀ ਦੀ ਸਾਖੀ ਆ, ਉਹਨਾਂ ਨੇ ਹਾਥੀ ਦਾ ਮੁਕਾਬਲਾ ਜਿਹੜਾ ਕੀਤਾ, ਤਾਂ ਉਹ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਦੀ ਹੈ। ਤਾਂ ਉਹ ਸ਼ਸਤਰਾਂ ਦੀ ਵਿਉਂਤ, ਨਾਗਨੀ ਦੀ ਵਿਉਂਤ, ਬਰਛੇ ਦੀ ਵਿਉਂਤ, ਉਹ ਸਾਰੀ ਅਲੱਗ-ਅਲੱਗ ਮਾਰ ਹੈਗੀ ਆ। ਅੱਜ ਦੇ ਜ਼ਮਾਨੇ ਦੇ ਵਿੱਚ ਵੀ ਦੇਖੋ, ਜਿੱਦਾਂ ਹੁਣ ਕਾਹੇ ਬਗਾਹੇ ਘਟਨਾਵਾਂ ਵਾਪਰ ਜਾਂਦੀਆਂ ਨੇ, ਤਾਂ ਕੀ ਉਹ ਸ਼ਸਤਰ ਜਾਂ ਇਹ ਸ਼ਸਤਰ, ਹੁਣ ਕਈ ਲੋਕ ਕਹਿੰਦੇ ਤੁਸੀਂ ਕਿਰਪਾਨਾਂ ਚੱਕੀ ਫਿਰਦੇ ਹੋ, ਜ਼ਮਾਨਾ ਤਾਂ ਪਿਸਤੌਲਾਂ ਦਾ ਆ ਗਿਆ ਜੀ। ਆਇਆ ਹੋਇਆ ਹੈ, ਆਪਾਂ ਮੰਨਦੇ ਹਾਂ ਵੀ ਆਇਆ ਹੋਇਆ, ਪਰ ਇੱਕ ਦਿਨ ਐਸਾ ਵੀ ਆ ਸਕਦਾ ਬਰੂਦ ਮੁੱਕ ਸਕਦਾ, ਸਿੱਕਾ ਮੁੱਕ ਸਕਦਾ। ਜਿਹੜਾ ਤੁਹਾਡੇ ਕੋਲ ਠੋਸ ਹੱਥ 'ਚ ਲੋਹਾ, ਇਹਨੂੰ ਕੀ ਮੁਕਾਓਗੇ? ਇਹ ਜਦੋਂ ਹਮੇਸ਼ਾ ਤੁਹਾਡੇ ਨਾਲ ਰਹਿਣਾ, ਤੁਹਾਡੇ ਬੈੱਡ ਤੇ ਵੀ ਰਹਿਣਾ, ਨਾਲ ਤੁਹਾਡੇ ਤੁਸੀਂ ਆਪਦੇ ਤਨ ਤੇ ਵੀ ਰੱਖਣਾ, ਤੇ ਨਹੀਂ ਇਹ ਕਿਤੇ ਜਾ ਸਕਦਾ। ਬਰੂਦ ਸਿੱਕਾ ਮੁੱਕ ਸਕਦਾ। ਪਾਤਸ਼ਾਹ ਨੇ ਰਵਾਇਤੀ ਸ਼ਾਸਤਰਾਂ ਨਾਲ ਤਾਂ ਹੀ ਸਾਨੂੰ ਕਿਹਾ, ਰਵਾਇਤੀ ਸ਼ਾਸਤਰਾਂ ਨਾਲ ਜੁੜ ਕੇ ਰਹੋ। ਇਹ ਆਪਣੇ ਕੋਲੇ ਠੋਸ ਚੀਜ਼, ਆਪਣੀ ਕਮਾਈ ਆਪਣੇ ਮੁੱਠੇ 'ਚ। ਤੁਹਾਡੇ ਕੋਲ ਸੋਨਾ ਵੀ ਹੈ ਨਾ 2.5 ਕਿਲੋ, ਉਹ ਮੁੱਠੇ ਤੇ ਜੜਾ ਲਓ, ਤੁਹਾਡੀ ਮੁੱਠੀ 'ਚ। ਮਹਾਰਾਜ ਨੇ ਕਿਹਾ ਬਾਣੀ ਕੰਠ ਮਾਇਆ ਗੰਠ, ਜਿਹੜੀ ਤੁਹਾਡੇ ਕੋਲੇ ਤੁਹਾਡੀ ਉਹੀ ਆ। ਬੈਂਕਾਂ ਵਾਲੇ ਤਾਂ ਕਈ ਫਰਾਡ ਹੋ ਗਏ, ਬੈਂਕਾਂ 'ਚ ਪਈ ਨਹੀਂ ਰਹਿੰਦੀ। ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੀ। ਤੁਸੀਂ ਕਦੋਂ ਕੋ ਬਾਣਾ ਧਾਰਨ ਕੀਤਾ? ਮੈਨੂੰ 6 ਸਾਲ ਹੋ ਗਏ ਜੀ। ਅੱਛਾ, ਹੁਣ 6 ਸਾਲ ਹੋਏ ਆ। ਮੈਂ ਪਹਿਲਾਂ ਮਤਲਬ ਪੈਂਟ ਸ਼ਰਟ ਤੁਹਾਡੇ ਨੂੰ ਪਾਉਂਦਾ ਰਿਹਾ ਆ, ਮਹਾਰਾਜ ਦੀ ਕਿਰਪਾ ਹੋਈ, ਚਲੋ ਮੈਨੂੰ ਚੁਣ ਲਿਆ ਕਹਿ ਲਓ, ਐਵੇਂ ਤਾਂ ਮਿਲਦਾ ਨਹੀਂ ਜੀ। ਪਰ ਇਹ ਜ਼ਰੂਰ ਆ ਵੀ ਬਾਣਾ ਪਾ ਕੇ ਸੁਣਨਾ ਬਹੁਤ ਕੁਛ ਪੈਂਦਾ। ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਚੰਗੇ ਹੀ ਹੋ, ਮਾੜਾ ਵੀ ਹੋ ਸਕਦਾ ਤੂੰ, ਕੋਈ ਨਹੀਂ, ਪਰ ਤੈਨੂੰ ਮਾੜੇ ਨੂੰ ਚੰਗਾ ਬਣਾਉਣ ਨਹੀਂ ਮਹਾਰਾਜ ਬਾਣਾ ਬਖਸ਼ਦਾ ਵੀ ਤੂੰ ਸਿੱਧੇ ਪਾਸੇ ਤੁਰ। ਤੇ ਮੈਂ ਦਲ ਪੰਥ ਦੇ ਸਿੰਘਾਂ ਨਾਲ ਹੁਣ ਸੰਗਤ ਕਰਨ ਲੱਗਿਆ। ਪਹਿਲਾਂ ਮੈਂ ਆਪਦੀ ਜੌਬ 'ਚ ਬਿਜ਼ੀ ਹੁੰਦਾ ਸੀ। ਉਹ ਮੈਨੂੰ ਦੱਸਦੇ ਆ ਵੀ ਸਾਡਾ 10 ਸਾਲ ਦਾ ਟ੍ਰਾਇਲ ਹੁੰਦਾ। ਮੈਂ ਉਹਨੂੰ ਕਿਹਾ ਸੀ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਦਲ ਪੰਥ ਦਾ। ਉਹ ਕਹਿੰਦੇ ਸਾਡਾ 10 ਸਾਲ ਦਾ ਟ੍ਰਾਇਲ ਹੁੰਦਾ, ਤੁਹਾਨੂੰ 6 ਸਾਲ ਹੋਏ, 4 ਸਾਲ ਜੇ ਤੁਸੀਂ ਹੋਰ ਦੇਖੋ। ਜੇ ਤੁਸੀਂ ਪਰਪੱਕ ਰਹਿੰਦੇ ਹੋ ਇਹ ਚੀਜ਼ਾਂ ਤੇ, ਸੁਣਦੇ ਹੋ ਲੋਕਾਂ ਦਾ ਬਹੁਤ ਕੁਛ ਕਹਿਣਾ, ਤੁਹਾਨੂੰ ਸੁਣਨਾ ਪੈਣਾ, ਤੁਹਾਨੂੰ ਬਹੁਤ ਜਰਨਾ ਪੈਣਾ। ਜੇ ਤੁਸੀਂ ਸੁਣ ਜਰ ਸਕਦੇ ਹੋ, 10 ਸਾਲਾਂ ਬਾਅਦ ਸਾਡੇ ਕੋਲੇ ਆ ਜਾਓ, ਕੋਈ ਨਹੀਂ, ਫਿਰ ਵੇਖਾਂਗੇ, ਸੋਚਾਂਗੇ। ਦਲ ਪੰਥ ਬਹਿ ਕੇ ਸੋਚੂਗਾ ਤੁਹਾਨੂੰ ਅੰਮ੍ਰਿਤ ਦੀ ਦਾਤ ਦੇਣੀ ਕਿ ਨਹੀਂ ਦੇਣੀ। ਮੇਰੀ ਗੱਲ ਵੱਡੀ ਵੀ ਬਣਾ ਲਓ ਚਾਹੇ। ਮੈਂ ਇੱਕ ਬੇਨਤੀ ਕਰਦਾ ਸਾਰੀ ਸੰਗਤ ਦੇ ਮੂਹਰੇ ਵੀ ਪਾਤਸ਼ਾਹ ਨੇ ਤਾਂ ਸਾਨੂੰ ਸਿਰ ਦੇ ਕੇ ਅੰਮ੍ਰਿਤ ਦਿੱਤਾ ਹੈ। ਇੱਕ ਸਿਰ ਵਾਲਾ ਤਾਂ ਪਾਤਸ਼ਾਹ ਕਹਿੰਦੇ ਅੰਮ੍ਰਿਤ ਛਕ ਹੀ ਨਹੀਂ ਸਕਦਾ। ਜਾਂ ਤਾਂ ਸਿਰ ਤੇ ਦੇਣਾ ਪੈਣਾ, ਜਾਂ ਕਿਸੇ ਦੁਸ਼ਟ ਦਾ ਲੈਣਾ ਪੈਣਾ, ਉਦੋਂ ਬਾਅਦ ਅੰਮ੍ਰਿਤਪਾਨ ਹੋਣਾ। ਤੇ ਅਸੀਂ ਤਾਂ ਕਕਾਰ ਵੀ ਫ੍ਰੀ ਦੇਈ ਜਾਂਦੇ, ਤੇ ਅੰਮ੍ਰਿਤ ਦੇ ਸਿੰਘ ਕਿਉਂ ਜੇ ਸਜਣੇ ਆ ਸਾਥੋਂ। ਸਹੀ, ਇਹ ਗੱਲ ਤੇ ਗੌਰ ਫਰਮਾਓ ਥੋੜੀ ਜਿਹੀ, ਸਾਰੀ ਕੌਮ ਹੀ। ਦਲੇਰੀ ਲਿਆਓ ਆਪਦੇ 'ਚ, ਪਹਿਲਾਂ ਦਲੇਰ ਹੋ ਕੇ ਪਰਪੱਕ ਹੋਵੋ, ਰਹਿਣਾ ਬਹਿਣਾ ਸਿੱਖੋ, ਅੰਮ੍ਰਿਤ ਜਦੋਂ ਮਰਜ਼ੀ ਛਕ ਲਓ, ਤੁਹਾਡੀ ਆਪਦੀ ਡਿਪੈਂਡ ਆ। ਕਿਸੇ ਨੇ ਧੱਕੇ ਨਾਲ ਤਾਂ ਤੁਹਾਨੂੰ ਕਿਹਾ ਨਹੀਂ। ਇਹ ਵੀ ਕਹਿ ਕੇ ਜਾਣ ਨਾ ਛਡਾਇਆ ਕਰੋ ਵੀ ਬਣੋ ਸੱਚਾ, ਮਨੋ ਸੱਚਾ, ਮਨੋ ਸੱਚਾ ਚਾਹੀਦਾ ਬੰਦਾ, ਅੰਮ੍ਰਿਤ ਦੀ ਕੀ ਲੋੜ ਆ। ਤੇ ਗੁਰੂ ਗੋਬਿੰਦ ਸਿੰਘ ਨੇ ਕਾਹ ਤੋਂ ਅੰਮ੍ਰਿਤ ਫਿਰ ਝੋਲੀ ਅੱਡ ਕੇ ਲਿਆ। ਫਿਰ ਉਹ ਵੀ ਕਹਿੰਦੇ ਹੁਣ ਉਹਨਾਂ ਤੋਂ ਸੱਚਾ ਕੌਣ ਆ? ਉਹਨਾਂ ਨੇ ਤਾਂ ਸਾਡੀ ਬਹੁਤ ਸਰਬੰਸ ਬਾਰਿਆ, ਅਸੀਂ ਤਾਂ ਚੀਚੀ ਨਹੀਂ ਵੜਾਈ, ਅਸੀਂ ਦਲੀਲਾਂ ਵੱਡੀਆਂ ਦਿੰਦੇ ਹਾਂ। ਸੋ ਸਾਰਿਆਂ ਨੂੰ ਗੌਰ ਕਰਨੀ ਚਾਹੀਦੀ ਹੈ। ਜਿਹੜੀ ਸਾਨੂੰ ਪਾਤਸ਼ਾਹ ਨੇ ਇਹਨਾਂ ਦੇ ਲੜ ਲਾਇਆ, ਬਾਣੀ ਦੇ ਲੜ ਲਾਇਆ, ਬਾਣੇ ਦੇ ਸ਼ਾਸਤਰਾਂ ਦੇ, ਸਾਨੂੰ ਉਹਨਾਂ ਦੀ ਮੰਨਣੀ ਚਾਹੀਦੀ ਹੈ। ਸਾਡੀ ਮਰਜ਼ੀ ਨਹੀਂ, ਉਹਨਾਂ ਦਾ ਹੁਕਮ ਆ। ਇਹ ਸਾਰੇ ਮੰਨੋ ਮੇਰੇ ਵੀਰ। ਇਤਿਹਾਸ 'ਚ ਆਉਂਦਾ ਵੀ ਜਦੋਂ ਮੁਗਲ ਜ਼ੁਲਮ ਕਰਦੇ ਸੀ ਜੀ, ਤਾਂ ਉਦੋਂ ਜਿਹੜਾ ਜਿੱਦਾਂ ਹੁੰਦਾ ਦੁਕਾਨਦਾਰ ਜਾਂ ਵਪਾਰੀ ਭਾਈਚਾਰਾ ਜਾਂ ਬਾਹਮਣ ਸੀ, ਉਹਨਾਂ ਨੂੰ ਉਹ ਕਹਿੰਦੇ ਸੀ ਵੀ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦੇ ਕਬੂ ਨਹੀਂ ਪਕੜੀ। ਅਸੀਂ ਤਾਂ ਤਕੜੀ ਤੋਲਣ ਵਾਲੀ ਨੰਗੀ ਕਰਦੀ ਨਹੀਂ ਕਦੇ ਫੜੀ। ਤੇ ਉਹ ਜਿਹੜਾ ਹੈਗਾ ਉਹ ਤਲਵਾਰਾਂ ਲੈ ਕੇ ਆ ਰਹੇ ਨੇ। ਤਾਂ ਫਿਰ ਜਿਹੜਾ ਹੈਗਾ ਖਾਲਸਾ ਪੰਥ ਨੇ ਉਹਨਾਂ ਦੀ ਰੱਖਿਆ ਕੀਤੀ ਇਹਨਾਂ ਸ਼ਸਤਰਾਂ ਦੀ ਬਦੌਲਤ। ਬਿਲਕੁਲ ਜੀ, ਇਹਨਾਂ ਤੋਂ ਬਿਨਾਂ ਰੱਖਿਆ ਹੋ ਹੀ ਨਹੀਂ ਸਕਦੀ। ਆਪਣੇ ਬਾਰਡਰਾਂ ਦੇ ਕੀ ਆ ਫੜਾਇਆ ਉਹਨਾਂ ਦੇ ਹੱਥਾਂ 'ਚ, ਕਿਤੇ ਛਣਕਣੇ ਆ ਵੀ ਉਹ ਛਣਕਣੇ ਖੜਕਾਈ ਜਾਂਦੇ, ਇੱਕ ਫੌਜ ਦੂਜੀ ਨੂੰ ਦੇਖ ਕੇ ਡਫਲੀਆਂ ਵਜਾ ਦਿੰਦੀ ਹੈ, ਤਾਂ ਉਹ ਹਾਰ ਜਿੱਤ ਹੋ ਜਾਂਦੀ ਹੈ। ਇਹ ਦੱਸਦੇ ਆ ਵੀ ਕਿੰਨਾ ਹਿੱਕ 'ਚ ਜ਼ੋਰ ਆ। ਇਹ ਦੱਸਦੇ ਆ ਵੀ ਚਾਈਨਾ ਸਾਡੇ ਇੰਡੀਆ 'ਚ 20-30 ਕਿਲੋਮੀਟਰ ਕਿਵੇਂ ਆ ਗਿਆ।
ਅਗਲਿਆਂ ਕੋਲੇ ਆਧੁਨਿਕ ਹਥਿਆਰ ਆ ਤੇ ਅਸੀਂ ਜੇ ਇੱਥੇ ਬੈਠੇ ਮਾਲਾ ਫੇਰੀ ਜਾਵਾਂਗੇ ਇਕੱਲੇ ਭੋਰਿਆਂ 'ਚ ਐਂ ਚੀਨ ਦਾ ਬਾਰਡਰ ਨਹੀਂ ਰੁਕਣਾ ਸਾਥੋਂ, ਅਸੀਂ ਕੋ ਕਰਾਂਗੇ। ਫਿਰ ਉੱਥੇ ਵੀ ਤਾਂ ਪੰਜਾਬੀ ਹੋਈ ਆ, ਉੱਥੇ ਤਾਂ ਬੋਲੇ ਸੋਹਣੇ ਵਾਲ ਸਤਿ ਸ਼੍ਰੀ ਅਕਾਲ ਦਾ ਨਾਰਾ ਅਲਾਊਡ ਆ। ਜੇ ਸਾਡੇ ਵਰਗਾ ਲਾਲ ਕਿਲੇ ਤੇ ਜਾ ਕੇ ਲਾ ਦਿੰਦਾ ਤਾਂ ਉਹਨੂੰ ਸਜ਼ਾ ਹੈ। ਸਹੀ, ਇਹ ਵੀ ਚੀਜ਼ ਵਿੱਚੋਂ ਕੱਢਣੀ ਚਾਹੀਦੀ ਆ। ਮੌਕੇ ਦੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ, ਮੌਕੇ ਦੇ ਸਿੰਘਾਂ ਨੂੰ ਵੀ ਹਿੱਕ 'ਚ ਮਾਰਨਾ ਚਾਹੀਦਾ ਸੱਚ। ਚੰਗਾ ਲੱਗੇ ਬੁਰਾ ਲੱਗੇ ਉਹ ਅਗਲੇ ਤੇ ਡਿਪੈਂਡ। ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨੀ ਸਿਮਰਨਜੀਤ ਸਿੰਘ ਮਾਨ, ਚਲੋ ਸਿਆਸੀ ਵੀ ਲੀਡਰ ਵੀ ਨੇ ਜੀ ਪਰ ਉਹ ਕੌਮ ਦੇ ਸਤਿਕਾਰਤ ਲੀਡਰ ਵੀ ਨੇ। ਜੀ ਭਗਵੰਤ ਮਾਨ ਨੇ ਕਿਹਾ, ਕਹਿੰਦਾ ਵੀ ਅਸੀਂ ਪਿਆਰ ਦੀ ਗੱਲ ਕਰਦੇ ਆਂ, ਇਹ ਤਲਵਾਰ ਚੱਕੀ ਫਿਰਦਾ ਹੈ। ਅੱਛਾ ਜੀ, ਤਲਵਾਰ ਵੀ ਪਿਆਰ ਦਾ ਹੀ ਪ੍ਰਤੀਕ ਆ। ਤਲਵਾਰ ਨੂੰ ਅਸੀਂ ਤਾਂ ਕਹਿੰਦੇ ਨੇ। ਦੱਸੋ ਸਿਮਰਜੀਤ ਮਾਨ ਸਾਹਿਬ ਨੇ ਕਿਹਦਾ ਗੱਲ ਲਾਇਆ ਕਿਰਪਾਨ ਨਾਲ? ਉਹ ਮੈਨੂੰ ਕਿਸੇ ਪਰਸਨ ਦੇ ਦਰਸ਼ਨ ਕਰਾਉਣ ਮੁੱਖ ਮੰਤਰੀ ਸਾਹਿਬ। ਮੈਂ ਮੈਨੂੰ ਬੇਨਤੀ ਕਰਦਾ, ਜੇ ਮੇਰੀ ਗੱਲ ਹੁਣ ਤੱਕ ਪਹੁੰਚਦੀ ਆ, ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਦਾ ਗੱਲ ਲਾਇਆ ਮੈਨੂੰ ਉਹ ਦਿਖਾ ਦਿਓ। ਤੇ ਜੇ ਉਹਨਾਂ ਦੇ ਪੈਰ ਤੁਸੀਂ ਨਹੀਂ ਦੇਖੇ ਤਾਂ ਮੇਰੀ ਬੇਨਤੀ ਤੁਸੀਂ ਉਹਨਾਂ ਦੇ ਪੈਰ ਜਾ ਕੇ ਜ਼ਰੂਰ ਦੇਖ ਕੇ ਆਓ। ਚਰਨ ਮੈਂ ਕਹਿ ਨਹੀਂ ਸਕਦਾ ਮਾਨ ਸਾਹਿਬ ਨੂੰ ਬੁਰਾ ਨਾ ਲੱਗੇ, ਕਿਉਂਕਿ ਉਹ ਆਪਦੀ ਉਸਤਤ ਨਹੀਂ ਸੁਣਨਾ ਚਾਹੁੰਦੇ। ਸੋ ਮੇਰੀ ਬੇਨਤੀ ਆ, ਬਿਆਨ ਦੇਣੇ ਉਹ ਕਹਿੰਦੇ ਆ ਜ਼ੁਬਾਨ 'ਚ ਹੱਡੀ ਨਹੀਂ ਹੁੰਦੀ ਤੇ ਗਾਂ ਹੱਡੀਆਂ ਤੱਕ ਤੜਵਾ ਦਿੰਦੀ ਹੈ। ਇਹ ਜ਼ੁਬਾਨ ਤੇ ਆ। ਦੰਦਾਂ ਨੂੰ ਵੀ ਗਿਰਾ ਮਾਨ ਹੋਇਆ ਸੀ, ਮੇਰੇ ਅੱਗੇ ਹੰਕਾਰੀ ਬਥੇਰੇ ਫਿਰਦੇ ਹੁੰਦੇ ਆ। ਦੰਦ ਜੀਭ ਨੂੰ ਕਹਿੰਦੇ ਸੀ ਵੀ ਤੈਨੂੰ ਤਾਂ ਅਸੀਂ ਕੁਤਰ ਦਾਂਗੇ ਬਿੰਦ 'ਚ, ਅਸੀਂ ਤਾਂ ਲੋਹਾ ਚੱਬ ਦਿੰਨੇ ਆ। ਕਹਿੰਦੀ ਸ਼ੁਕਰ ਕਰੋ ਮੈਂ ਸਾਇਲੈਂਟ ਬੈਠੀ ਆ ਵਿੱਚ, ਜਿੱਦੇ ਮੈਂ ਬੋਲ ਪਈ ਤੁਸੀਂ ਬੱਤੀ ਬਾਹਰ। ਇਹ ਜ਼ੁਬਾਨ ਤੇ ਵੀ ਡਿਪੈਂਡ ਹੁੰਦਾ, ਸੋ ਸਮਝ ਕੇ ਬੋਲਣਾ ਚਾਹੀਦਾ। ਸਿੱਖ ਪੰਥ ਦੇ ਤਖਤ ਸਾਹਿਬਾਨ ਦੇ ਉੱਤੇ ਜਿਹੜੇ ਸ਼ਸਤਰ ਆ ਉਹ ਥੜਿਆਂ ਦੇ ਉੱਤੇ, ਤਖਤਾਂ ਦੇ ਉੱਤੇ ਜਿਹੜਾ ਸੁਭਾਇਮਾਨ ਹੁੰਦੇ ਰਹੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈਗਾ ਉਹ ਲਾਂਭੇ ਭਾਵ ਥੋੜਾ ਜਿਹਾ ਪਾਸੇ ਪਾਲਕੀ ਸਾਹਿਬ ਦੇ ਵਿੱਚ ਬੜੇ ਸਤਿਕਾਰ ਨਾਲ ਸੁਭਾਇਮਾਨ ਹੁੰਦਾ ਰਿਹਾ। ਤਾਂ ਇਸ ਚੀਜ਼ ਦੀ ਕੋਈ ਅਹਿਮੀਅਤ ਸੀ ਨਾ, ਬਹੁਤ ਅਹਿਮੀਅਤ ਸੀ। ਗੁਰੂ ਪਾਤਸ਼ਾਹ ਨੇ ਅਹਿਮੀਅਤ ਜਿਹੜੀ ਆ ਮਤਲਬ ਸੱਚੇ ਪਾਤਸ਼ਾਹ ਨੇ ਗੁਰੂ ਪਰਮਾਤਮਾ ਦੇ ਰੂਪ ਤੋਂ ਵੀ ਵੱਧ ਸ਼ਸਤਰਾਂ ਨੂੰ ਦਿੱਤੀ। ਜਿਹੜਾ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਪਹਿਲਾਂ ਭਗਉਤੀ ਨੂੰ ਤੇ ਆਉਣਾ। ਅਸੀਂ ਅਰਦਾਸ ਕਰਦੇ ਹਾਂ, ਮਾਫ ਕਰਿਓ, ਪ੍ਰਥਮ ਭਗਉਤੀ ਸਿਮਰ ਕੇ। ਜਿਹੜਾ ਕਹੀ ਜਾਂਦਾ ਹੁੰਦਾ ਸਿੰਘ ਭਗਉਤੀ ਤਾਂ ਉਹਦੇ ਕੋਲੇ ਨਹੀਂ ਹੁੰਦੀ, ਖਾਲੀ ਇੱਥੇ ਖੜਾ ਹੁੰਦਾ। ਫਿਰ ਅਸੀਂ ਕੀ ਪ੍ਰਚਾਰੀ ਜਾ ਰਹੇ ਹਾਂ? ਸਾਨੂੰ ਆਪ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ। ਜਿਹੜੇ ਵੀ ਅਰਦਾਸੀਏ ਸਿੰਘ ਆ ਮੇਰੇ ਵਰਗੇ, ਉਹਨੂੰ ਸਾਰਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਸ਼ਾਸਤਰ ਕਮ ਸੇ ਕਮ ਹੱਥ 'ਚ ਹੋਵੇ ਤੁਹਾਡੇ। ਇਹ ਜ਼ਰੂਰੀ ਗੱਲ ਆ। ਇਹ ਆਪਣੀ ਫੇਰ ਉਹੀ ਗੱਲ ਮਰਜ਼ੀ ਨਹੀਂ, ਆਪਾਂ ਨੂੰ ਹੁਕਮ ਜੀ, ਹੁਕਮ ਮੰਨਣਾ ਸਿੱਖੋ। ਜੇ ਮੰਨਣਾ ਨਹੀਂ ਆਉਂਦਾ ਫਿਰ ਸੁਣਨਾ ਵੀ ਨਹੀਂ ਆਉਂਦਾ, ਫਿਰ ਗਾਂਹ ਕੀ ਆਉਣਾ। ਜੀ ਬਿਲਕੁਲ। ਤਾਂ ਚਮਨ ਹਰਗੋਬਿੰਦਪੁਰੀ ਇੱਕ ਬੜੇ ਕਮਾਲ ਦੇ ਕਵੀ ਹੋਏ ਆ, ਹਾਸ ਰਸ ਵੀ ਸੀ ਔਰ ਇਤਿਹਾਸ ਦੀ ਕਵਿਤਾ ਜਿਹੜੀ ਆ ਉਹ ਜਿਹੜਾ ਕਵਿਤਾ ਦਾ ਹਾਸ ਰਸਿਆ ਰਾਸਿਆ ਕਵਿਤਾ ਦੇ 9 ਰਾਸਿਆ ਮੇਰੇ ਖਿਆਲ 'ਚ ਉਹ 'ਚ ਕਵਿਤਾ ਸੁਣਾਉਂਦੇ ਹੁੰਦੇ। ਜਦੋਂ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਜਿਹੜਾ ਉਹਨਾਂ ਨੇ ਉਹ ਇੱਕ ਹਾਸ ਰਸ ਦੇ ਵਿੱਚ ਸੁਣਾਇਆ। ਉਹ ਕਹਿੰਦੇ ਵੀ ਇਹ ਜੋ ਕਿਰਪਾਨ ਹੈ ਭਗਉਤੀ ਇਹਨੂੰ ਜਾਤਾ ਹੈ, ਇਹੋ ਸਾਡੀ ਦੇਵੀ ਹੈ ਤੇ ਇਹੋ ਸਾਡੀ ਮਾਤਾ ਹੈ। ਇਹੀ ਖਾਲਸਾ ਪੰਥ ਦੀ ਮਾਤਾ ਹੈ, ਇਹੀ ਸਾਡੀ ਦੇਵੀ। ਬਿਲਕੁਲ ਬਿਲਕੁਲ। ਜਦੋਂ ਪਾਤਸ਼ਾਹ ਨੂੰ ਕੰਪੈਲ ਕਰੀ ਗਿਆ ਕਰਾਮਾਤ ਦਿਖਾਓ ਕਰਾਮਾਤ ਦਿਖਾਓ, ਤਾਂ ਪਾਤਸ਼ਾਹ ਨੇ ਕੀ ਦਿਖਾਇਆ? ਸ਼੍ਰੀ ਸਾਹਿਬ ਦੇ ਦਰਸ਼ਨ ਕਰਾਏ। ਜਾਂ ਦੇਖ ਲਓ ਫਿਰ ਸਭ ਤੋਂ ਵੱਡੀ ਕਰਾਮਾਤ ਆ ਹੈ। ਫਿਰ ਜਦੋਂ ਨਹੀਂ ਕੋਈ ਕਿਵੇਂ ਸੂਤ ਆਉਂਦਾ ਕਿਸੇ ਗੱਲਬਾਤ ਨਾਲ, ਫਿਰ ਸਭ ਦਾ ਪੀਰ ਵਿਗੜੇ ਤਿੜੇ ਦਾ ਡੰਡਾ ਪੀਰ ਆਪਾਂ ਪੜ੍ਹਦੇ ਹਾਂ ਜੀ। ਜੀ ਹੁਣ ਵੀ ਜਿੱਦਾਂ ਉਹ ਕੁਛ ਪੰਜਾਬ 'ਚ ਹੈਗੇ ਨਾ ਟੋਲੇ ਜਿਹੜੇ ਜਾਣ ਸਿੱਖਾਂ ਨੂੰ ਛੇੜਦੇ, ਕਦੇ ਸ਼ਹੀਦਾਂ ਦੇ ਬਾਰੇ ਮੰਦੀ ਸ਼ਬਦਾਵਲੀ। ਉਹ ਇੱਕ ਸਿੰਘ ਨੇ ਕਿਰਪਾਨ ਕੱਢੀ ਸੀ ਤੇ ਉਹ ਜਿੱਦਾਂ ਸੂਰੀ ਦੇ ਬੱਚੇ ਭਾਈ ਆਪਾਂ ਹੀ ਪ੍ਰਚਾਰੀ ਜਾਂਦੇ ਆ ਜ਼ਿਆਦਾ ਕੋਈ ਨਹੀਂ, ਪਰ ਉਹਨਾਂ ਨੇ ਭੌਂਕਣ ਦਾ ਕੰਮ ਹੁੰਦਾ। ਕੁੱਤੇ ਕਦੇ ਵੀ ਕਹਿੰਦੇ ਹੁੰਦੇ ਹਾਥੀ ਲੰਘਦਾ ਕੁੱਤੇ ਭੌਂਕਦੇ ਆ, ਕਿਤੇ ਇਹ ਨਹੀਂ ਸੋਚਿਆ ਕਿਉਂ ਭੌਂਕਦੇ ਆ, ਵੀ ਹਾਥੀ ਵੱਡਾ ਕਾਹਤੋਂ ਆ। ਹੁਣ ਹਾਥੀ ਨੇ ਹਾਥੀ ਰਹਿਣਾ। ਜਿਹੜਾ ਸਿੱਖ ਪੰਥ ਆ ਇਹ ਹਾਥੀ ਆ, ਇਹਨੇ ਸਾਰੇ ਸਮੇਟ ਲੈਣੇ ਆਪਦੇ 'ਚ। ਹੁਣ 1.25 ਲੱਖ ਜਦ ਧੁਖੇ ਪਲੀਤਾ ਪੜ੍ਹਦੇ ਆ, ਹੁਣ ਤੁਹਾਡੇ ਹਿਸਾਬ ਨਾਲ ਕਿਤੇ 1.25 ਲੱਖ ਲੰਗਰ ਲੱਗਿਆ ਹੀ ਨਹੀਂ। ਪਲੀਤਾ ਪੱਗ ਨੂੰ ਕਹਿੰਦੇ ਆ। ਹੁਣ ਆਪਣੀ ਸਾਰੀ ਦੁਨੀਆ ਦੇ 1.25 ਲੱਖ ਲੰਗਰ ਨਹੀਂ ਲੱਗਿਆ, 1.25 ਲੱਖ ਲੰਗਰ ਲੱਗਿਆ। ਖਾਲਸੇ ਦਾ ਰਾਜ ਤਾਂ ਆਇਆ ਪਿਆ, ਜੇ ਸਾਨੂੰ ਅੱਖਾਂ ਵਾਲਿਆਂ ਨੂੰ ਨਹੀਂ ਦਿੰਦਾ ਉਹ ਸਾਡੀ ਗਲਤੀ ਹੈ। ਰਾਜ ਆਪਣਾ ਹੀ ਆ ਖਾਲਸੇ ਦਾ। ਜਿੱਦਾਂ ਬਿਲਕੁਲ ਨਿਹੰਗ ਸਿੰਘ ਨੇ ਇੱਕ ਦੋਹਰਾ ਪੜ੍ਹਦੇ ਹੁੰਦੇ ਆ, ਥੋੜੀ ਜੀ ਗੱਲਬਾਤ ਉੱਦਾਂ ਨਿਹੰਗ ਸਿੰਘਾਂ ਬਾਰੇ ਜੇ ਆਪਾਂ ਗੱਲਬਾਤ ਕਰਨ ਲੱਗ ਜਾਈਏ ਤੇ ਕਈ ਘੰਟੇ ਚਾਹੀਦੇ ਆ। ਮੈਂ ਤਾਂ ਤੁੱਛ ਆ ਉਹਦੇ ਚੋਂ। ਮੈਂ ਕਹਿਣਾ ਆਪਦੇ ਤਾਂ ਉਹ ਜਿੱਦਾਂ ਉਹ ਦੋਹਰਾ ਹੁੰਦਾ ਨਾ 96 ਉਹ ਬਲਾ ਚ ਜਕਾਰਾ ਛੱਡਦੇ ਵੀ 96 ਕਰੋੜ ਖਾਲਸਾ ਆਊਗਾ ਚੜ ਕੇ ਲੰਡੀ ਬੁੱਚੀ ਲੈ ਜੂ ਫੜ ਕੇ। ਉਹ 96 ਕਰੋੜ ਦਾ ਕੀ ਭਾਵ ਹੁੰਦਾ? 96 ਕਰੋੜ ਸ਼ਹੀਦਾਂ ਦੀ ਗਿਣਤੀ ਆ। ਇਹ ਅਣਗਿਣਤ ਆ, ਪਰ ਵੈਸੇ ਸ਼ਹੀਦਾਂ ਨਾਲ ਜੋੜ ਲਿਆ ਜਾਂਦਾ ਵੀ 96 ਕਰੋੜ ਸ਼ਹੀਦ ਸਾਡੇ ਬਰਾਬਰ ਆ ਖੜਦਾ ਜਦੋਂ ਅਸੀਂ ਹੱਕ ਸੱਚ ਨੂੰ ਤੁਰਦੇ ਹਾਂ। ਤੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਵੀ ਜਿਹੜਾ ਪਾਤਸ਼ਾਹ ਨੇ ਉੱਥੇ ਖਜ਼ਾਨਾ ਸਿੱਟਿਆ ਨੰਦੇੜ, ਉਹ ਵੀ 96 ਕਰੋੜ ਆ। ਜਦੋਂ ਆਪਣੇ ਤੇ ਕੋਈ ਬਹੁਤੀ ਬਿਪਤਾ ਪੈ ਗਿਆ, ਅੱਜ ਤੱਕ ਤਾਂ ਪਈ ਨਹੀਂ ਖਾਲਸਾ ਪੰਥ ਤੇ। ਸੰਗਤਾਂ ਵੰਡ ਲੈਂਦੀ ਚੁਟਕੀਆਂ 'ਚ, ਭਾਵੇਂ ਕਰੋੜਾਂ ਭਾਵੇਂ ਅਰਬਾਂ। ਫਿਰ ਵੀ ਕਿਤੇ ਨਾ ਹੋਇਆ, ਕਹਿੰਦੇ ਜਦੋਂ ਮਰਜ਼ੀ ਜਾ ਕੇ ਪਾਣੀ ਵਾਂਗੂ ਚੱਕ ਲਿਓ, ਜਿਵੇਂ ਪਾਣੀ ਦੀ ਗੇਲਣ ਭਰ ਲੈਣੇ ਖਜ਼ਾਨੇ ਦੀ ਭਰ ਲਿਆ ਕਰੋਗੇ। ਜਿਹੜੇ ਉਦੋਂ ਪੜ੍ਹੇ ਵੇ ਸਿੰਘ ਆ, ਹੋਰ ਡੀਪਲੀ ਗਏ ਵੇ ਆ, ਉਹ ਇਹ ਮੰਨਦੇ ਆ ਵੀ 96 ਕਰੋੜ ਜਿੱਦੇ ਹੋ ਗਏ ਉਹਦੇ ਆਪਾਂ ਨੂੰ 4 ਛਪੇਰੇ ਕੁਦਰਤ ਦਾ ਰਾਜ ਦਿਸਣਾ, ਆਪਣੇ ਸਿੰਘ ਹੀ ਸਿੰਘ ਦਿਸਣੇ, ਨੀਲੇ ਬਾਣੇ 'ਚ ਸਾਰੇ ਦਿਸਣੇ ਜੀ। ਇਹ 3-4 ਮੀਨਿੰਗ ਤਾਂ ਮੈਂ ਆਪਦੇ ਸੁਣੇ ਪੜ੍ਹੇ ਆ। ਇਹ ਤੋਂ ਬਾਅਦ ਹੋਰ ਹੋ ਸਕਦੇ ਆ, ਉਹ ਆਪਾਂ ਨੂੰ ਪਤਾ ਨਹੀਂ।
ਆਪਾਂ ਚੱਲਦਾ ਆ ਜਾਂਦੇ ਜਾਂਦੇ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਹੁੰਦੇ ਨਾ, ਸ਼ਹੀਦੀ ਦਿਹਾੜੇ ਦਾ ਨਗਰ ਕੀਰਤਨ ਹੈ, ਗੁਰਪੁਰਬ ਦਾ ਨਗਰ ਕੀਰਤਨ ਹੈ, ਤਾਂ ਉੱਥੇ ਬਾਹਰੋਂ ਗੱਤਕੇ ਦੀਆਂ ਟੀਮਾਂ ਸੱਦੀਆਂ ਜਾਂਦੀਆਂ ਨੇ, ਮਾਨ ਸਤਿਕਾਰ ਆ, ਬੜਾ ਸੋਹਣਾ ਨੌਜਵਾਨ ਗੱਤਕਾ ਖੇਡਦੇ ਆ। ਪਰ ਕੀ ਪਿੰਡ ਦੀਆਂ ਕਮੇਟੀਆਂ ਨੂੰ, ਪਿੰਡ ਦੇ ਨੌਜਵਾਨਾਂ ਨੂੰ, ਹਰ ਸਿੱਖ ਨੂੰ ਚਾਹੀਦਾ ਵੀ ਘਰ ਘਰ ਹੀ ਗੱਤਕਾ ਹੋਵੇ? ਜਿੱਦਾਂ ਤੁਸੀਂ ਆ ਚੱਕਰ ਰੱਖਿਆ ਹੋਇਆ, ਜਾਲ ਰੱਖਿਆ ਹੋਇਆ, ਕਟਾਰ ਰੱਖੀ ਹੋਈ ਆ, ਕਿਰਪਾਨ ਰੱਖੀ, ਕੜੇ ਰੱਖੇ, ਸਭ ਜੀ ਇਹ ਜ਼ਰੂਰੀ ਆ। ਮੈਂ ਤਾਂ ਹਰੇਕ ਨੂੰ ਬੇਨਤੀ ਕਰਦਾ, ਜਿੰਨੇ ਆਪਦੇ ਆਪ ਨੂੰ ਸਿੰਘ ਤੇ ਸਿੱਖ ਕਹਾਉਂਦੇ ਆ, ਆਪਦੇ ਘਰੇ ਚੈੱਕ ਕਰਿਓ ਤੁਹਾਡੇ ਕੋਲੇ ਸ਼ਾਸਤਰ ਕਿੰਨੇ ਆ। ਕੱਲ ਨੂੰ ਤੁਹਾਡੇ ਤੇ ਕੋਈ ਚੜ੍ਹ ਕੇ ਆ ਜੇ ਤਾਂ ਤੁਸੀਂ ਕਿਵੇਂ ਉਹਨਾਂ ਨਾਲ ਲੜੋਗੇ? ਤੁਹਾਡੇ ਕੋਲ ਕੋਈ ਸਮੱਗਰੀ ਹੈ? ਜੇ ਤੁਸੀਂ ਵੈਸੇ ਹੀ ਕਹੀਏ ਇਹਨੂੰ ਰਾਜ ਕਰੂਗਾ ਖਾਲਸਾ, ਰਾਜ ਕਰੂਗਾ ਖਾਲਸਾ, ਕੋਈ ਮੰਜੇ ਤੇ ਪੈਣ ਨੂੰ ਨਾ ਕੁੱਟ ਜੇ, ਫਿਰ ਔਖਾ ਲੱਗਦਾ। ਜਿੰਨਾ ਚਿਰ ਅਸੀਂ ਇਹ ਨਹੀਂ ਰੱਖਦੇ, ਸਾਨੂੰ ਗਤੀ ਨਹੀਂ ਸਾਡੀ। ਰਾਜ ਤੇ ਸ਼ਸਤਰਾਂ ਦੇ ਅਧੀਨ ਆ, ਬਿਲਕੁਲ ਇਹਦੇ ਅਧੀਨ ਹੀ ਰਹਿਣਾ ਜੀ। ਤੁਹਾਨੂੰ ਦੱਸਿਆ ਬਾਰਡਰਾਂ ਤੋਂ ਪਿੱਛੇ ਹਟਾ ਲਓ, ਉਹਨਾਂ ਕੋਲੇ ਵੀ ਸ਼ਾਸਤਰ ਹੀ ਆ, ਉਹ ਕੋਲੇ ਕਿਹੜਾ ਛਣਕਣੇ ਚੱਕੀ ਫਿਰਦੇ। ਬਸ ਸਾਡੇ ਸ਼ਾਸਤਰ ਤਾਂ ਰੜਕਦੇ ਆ, ਸਾਡੀ ਕੌਮ ਹੀ ਐਸੀ ਆ। ਪਾਤਸ਼ਾਹ ਨੇ ਤੀਸਰਾ ਪੰਥ ਪ੍ਰਵੇਸ਼ਾ ਇਸੇ ਕਰਕੇ ਕਿਹਾ ਸੀ। ਤੁਹਾਨੂੰ ਬਹੁਤ ਕੁਝ ਜਰਨਾ ਪੈਣਾ, ਸੁਣਨਾ ਪੈਣਾ। ਹਿੰਦੂ ਅੰਨਾ ਤੁਰਕੂ ਕਾਣਾ ਦੋਹੂ ਤੇ ਗਿਆਨੀ ਸਿਆਣਾ। ਪਹਿਰਾਵੇ ਦਾ ਨਾਂ ਤਾਂ ਗਿਆਨੀ ਹੈ ਨਹੀਂ, ਸਹੀ। ਉਹ ਤਾਂ ਜਿਹੜਾ ਗਿਆਨ ਰੱਖੂਗਾ ਉਹਨੂੰ ਪਤਾ ਵੀ ਹਾਂ ਵੀ ਉਹ ਗਿਆਨ ਹੈਗਾ। ਜਿਹੜਾ ਰੱਖੂਗਾ ਗਿਆਨ ਉਹ ਸ਼ਾਸਤਰਾਂ ਨੂੰ ਹੀ ਪੂਜੂਗਾ। ਉਹ ਐਵੇਂ ਕਿਸੇ ਪਖੰਡੀ ਸਾਹਿਬ ਦੇ ਡੇਰੇ ਜਾ ਕੇ ਕਬਰਾਂ ਨੂੰ ਨਹੀਂ ਪੂਜਦਾ ਜੀ। 2 ਇੱਟਾਂ ਦੀ ਮੱਟੀ ਬਣਾ ਕੇ ਉਹਨੂੰ ਤੁਸੀਂ ਸ਼ਹੀਦ ਦੀ ਜਗ੍ਹਾ ਕਹਿੰਦੇ, ਉਹਦੇ 'ਚ ਆਪ ਬਹਿ ਕੇ ਦਿਖਾ ਦਿਓ, ਮੰਨ ਜਾਗੇ ਤੁਹਾਡੇ ਸ਼ਹੀਦ ਵੀ ਬੈਠੇ ਆ ਜੀ। ਪਰ ਇਹ ਗੱਲਾਂ 'ਚੋਂ ਨਿਕਲਣਾ ਚਾਹੀਦਾ। ਉਹੀ ਉਹਨਾਂ ਦੇ ਖਰਚਾ ਕਰਨ ਦੇ ਮਟੀਆਂ ਦੇ ਰੰਗ ਕਰੀ ਜਾਂਦੇ, ਉਹ ਸ਼ਾਸਤਰ ਲਿਆ ਕਰੋ ਘਰੇ। ਤੁਸੀਂ ਜਿੱਥੇ ਵੀ ਜਾਂਦੇ ਹੋ ਤੁਸੀਂ ਸ਼ਸਤਰ ਲੈ ਕੇ ਆਉਣਾ ਜੀ। ਮੇਰੀ ਕੋਸ਼ਿਸ਼ ਰਹਿੰਦੀ, ਭਾਵੇਂ ਮੈਂ ਇੱਕ ਕੜਾ ਹੀ ਲੈ ਕੇ ਆਵਾਂ, ਪਰ ਮੈਂ ਲੈ ਕੇ ਜੋ ਆਪਦੀ ਜੇਬ ਹੈ ਨਾ, ਜੇਬ 'ਚ ਕੁਛ ਹੁੰਦਾ ਤਾਂ ਮੈਂ ਲੈ ਆਉਣਾ। ਨਹੀਂ ਹੁੰਦਾ ਪਾਤਸ਼ਾਹ ਨਾਲ ਆਧਾਰ ਕਰਾਈਦਾ, ਪਾਤਸ਼ਾਹ ਗਾਂ ਨੂੰ ਮਹਿੰਗਾ ਲੈ ਜਾਊ, ਐਤਕੀ ਮੈਥੋਂ ਨਹੀਂ ਲਿਆ ਗਿਆ। ਕਿਆ ਬਾਤ ਹੈ। ਤਾਂ ਇੱਕ ਪਿਛਲੇ ਦਿਨ ਨਾ ਰਾਜ ਕਾਕੜੇ ਦਾ ਗੀਤ ਆਇਆ ਸੀਗਾ, ਮਤਲਬ ਲੋਹੇ ਦੇ ਬੰਦੇ ਆ ਖਾਦੇ ਨਹੀਂ ਜਾਣੇ, ਖਾਬਾਂ 'ਚ ਤੇਗਾਂ ਤੇ ਤੇਗਾਂ ਸਰਾਣੇ। ਪੁਰਾਣੇ ਨਾਲ ਨਾ ਸਾਡੇ ਕਿ ਵੀ ਮੈਨੂੰ ਜ਼ਿਆਦਾ ਕਲਚਰ ਹੁੰਦੇ, ਨਿੱਕੇ ਨਿੱਕੇ ਹੋਣਾ ਬਾਪੂ ਨੇ ਜਦੋਂ ਸੌਣਾ ਤੇ ਸਰਾਣੇ ਥੱਲੇ ਨਾ ਵੱਡੀ ਤੇਗ ਰੱਖ ਲੈਣੀ, ਤੇ ਹੁਣ ਤੇਗ ਤਾਂ ਕਿੱਲੀ ਤੇ ਮਾਫੀ ਚੋੜਾ। ਮੈਂ ਵਿੱਚ ਮੈਂ ਇੱਕ ਸਿੱਖ ਨਹੀਂ ਆ, ਪੱਤਰਕਾਰ ਤੋਂ ਪਹਿਲਾਂ ਮੈਂ ਸਿੱਖ। ਸਹੀ ਹੈ ਜੀ। ਤੇ ਹੁਣ ਸਾਡੀਆਂ ਤੇਗਾਂ ਕਿਤੇ ਬਾਰੇ ਤੁਸੀਂ ਇਹ ਕਹਿ ਕੇ ਜਾਣਨਾ ਛੜਾਇਆ ਕਰੋ, ਸਾਰੀ ਯੰਗ ਬਲੱਡ 22 ਜਸਵੀਰ ਦੇ ਸਣੇ ਵੀ ਅਸੀਂ ਰੱਖ ਨਹੀਂ ਸਕਦੇ। ਤੁਸੀਂ ਰੱਖਣ ਲੱਗੋਗੇ ਤਾਂ ਰੱਖੋਗੇ। ਜੇ ਇਹ ਗੱਲ ਕਿ ਸਾਰੇ ਛਟਕਾਰਾ ਕਰੀ ਜਾਓਗੇ, ਆਪਾਂ ਨਹੀਂ ਰੱਖ ਸਕਦੇ। ਕਿਉਂ ਨਹੀਂ ਰੱਖ ਸਕਦੇ? 206 ਹੱਡ ਤੁਹਾਡੇ ਜਾਂ 206 ਮੇਰੇ 'ਚ। ਮੈਂ ਥੋੜਾ ਜਿਹਾ ਲੰਮਾ, ਬਸ ਇੰਨਾ ਜ਼ਰੂਰ ਆ। ਤੁਸੀਂ ਉਹੋ ਜਿਹੇ ਸ਼ਾਸਤਰ ਰੱਖੋ ਜਿਹੜੇ ਤੁਹਾਡੇ ਕੱਦ ਦੇ ਸੂਟੇਬਲ ਆ ਜੀ। ਹੁਣ ਤਾਂ ਡੱਬ 'ਚ ਹੀ ਪੈ ਜਾਂਦੇ ਸ਼ਾਸਤਰ, ਮਹਾਰਾਜ ਦੀ ਕਿਰਪਾ ਨਾਲ ਇਹੋ ਜਿਹੇ ਆਏ ਆ। ਨਾਲੇ ਹੁਣ ਤਾਂ ਜਹੇਦਾਰ ਜੀ ਕਹੀ ਜਾਂਦੇ ਆ, ਅਸੀਂ ਅਕਾਲ ਤਖਤ ਨੂੰ ਤਾਂ ਮਾਨਤਾ ਦਿੰਦੇ ਆ ਨਾ। ਸਾਡੇ ਜਹੇਦਾਰ ਜੀ ਕਹੀ ਜਾਂਦੇ, ਫਿਰ ਜਹੇਦਾਰ ਜੀ ਨੂੰ ਜਹੇਦਾਰ ਜੀ ਵਾਂਗੂ ਮੰਨੋ, ਉਹਨਾਂ ਦੀ ਮੰਨੀ ਵੀ ਕਈ ਵੀ ਮੰਨੋ, ਆਪੇ ਆਪਦੇ ਤਿਆਰ ਬਰ ਤਿਆਰ ਰਹੋ, ਚੜ੍ਹਦੀ ਕਲਾ 'ਚ ਰਹੋ। ਤਾਂ ਹਾਲਾਤ ਜਿਹੜੇ ਆ ਉਹ ਇਸ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਪਿਛਲੇ ਸਮਿਆਂ ਦੇ ਵਿੱਚ ਰਹੇ ਆ। ਹੁਣ ਵੀ ਮੌਜੂਦਾ ਜਿਹੜਾ ਸਮੇਂ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਿੱਥੇ ਕੱਲੇ ਕਹਿ ਰਹੇ ਜਿਹੜਾ ਕਿ ਨੌਜਵਾਨਾਂ ਨੂੰ, ਕੱਲੀਆਂ ਕਹਿ ਰਹੀਆਂ ਕੁੜੀਆਂ ਨੂੰ, ਜਵਾਨ ਧੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਗੁਰੂ ਪਾਤਸ਼ਾਹ ਨੇ ਜਿੱਥੇ ਸਿੰਘ ਨੂੰ ਜੀ, ਮੇਲ ਨੂੰ ਭਾਵ ਮਾਣ ਦਿੱਤਾ, ਫੀਮੇਲ ਨੂੰ ਵੀ ਉਹਨਾਂ ਹੀ ਮਾਣ ਦਿੱਤਾ। ਜਿਸ ਵਕਤ ਕੋਈ ਆਂਦਾ ਸੀ ਇਹ ਪੈਰ ਦੀ ਜੁੱਤੀ ਆ, ਕੋਈ ਕਹਿੰਦਾ ਸੀ ਸੰਭੋਗ ਦੀ ਵਸਤੂ, ਕੋਈ ਕਹਿੰਦਾ ਸੀ ਮਜ਼ੇਦਾਰ ਪਰਮਾਤਮਾ ਦੀ ਗਲਤੀ ਹੈ, ਸੱਚੇ ਪਾਤਸ਼ਾਹ ਨੇ ਬੜਾ ਮਾਣ ਦਿੱਤਾ। ਬਿਲਕੁਲ ਜੀ, ਉਹਨਾਂ ਨੇ ਤਾਂ ਬਰਾਬਰ ਰੱਖੇ ਨੇ ਸਾਰੇ। ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ। ਪਰ ਮੈਂ ਸਾਰੀਆਂ ਮੇਰੀਆਂ ਧੀਆਂ ਨੂੰ, ਭੈਣਾਂ ਨੂੰ ਬੇਨਤੀ ਕਰਾਂ, ਜੇ ਤੁਹਾਡੇ ਭੈਣੋਂ ਸ਼ਾਸਤਰ ਪਾਇਆ ਹੋਊਗਾ ਨਾ ਤਣ ਤੇ, ਕੋਈ ਲੰਡੀ ਬੁੱਚੀ ਖੰਘਦਾ ਨਹੀਂ। ਜੇ ਤੁਸੀਂ ਸ਼ਾਸਤਰਧਾਰੀ ਨਹੀਂ, ਤੁਸੀਂ ਹੀਣੀਆਂ ਜਾਣੋ ਸ਼ਾਸਤਰ ਤੋਂ, ਹੁਣ ਤਾਂ ਪਰਸਾਂ 'ਚ ਪਾ ਲਿਆ ਕਰੋ। ਭਾਵੇਂ ਪਿਸਟਲ ਲੈ ਲਓ, ਲਾਇਸੈਂਸ ਹੀ ਲੈਣੇ ਆ, ਤਾਂ ਆਪਦੇ ਪਰਸਾਂ 'ਚ ਮੇਕਅਪ ਦਾ ਸਮਾਨ ਥੋੜ੍ਹਾ ਜਿਹਾ ਘੱਟ ਪਾ ਲਿਆ ਕਰੋ, ਪਿਸਟਲ ਰੱਖਿਆ ਕਰੋ। ਜਿਹੜਾ ਕੋਈ ਐਵੇਂ ਕੁੱਤਾ ਹਲਕਿਆ ਫਿਰਦਾ, ਹਲਕੇ ਕੁੱਤੇ ਦੀ ਦਵਾਈ ਨਹੀਂ ਹੁੰਦੀ, ਉਹਨੂੰ ਮਾਰਨਾ ਹੀ ਪੈਂਦਾ। ਥਾਂ ਥਾਂ ਤੇ ਖਬਰਾਂ ਆਉਂਦੀਆਂ, ਕਿਤੇ ਰੇਪ ਹੋ ਗਿਆ, ਕਿਤੇ ਛੇੜਖਾਨੀ ਹੋ ਗਈ। ਆ ਰਾਜਧਾਨੀ 'ਚ ਰੋਜ਼ਾਨਾ ਖਬਰਾਂ। ਭੈਣਾਂ ਨੂੰ ਬੇਨਤੀ ਕਰਦਾ, ਐ ਚੜ੍ਹਦੀ ਕਲਾ 'ਚ ਰਹੋ, ਕੁਛ ਨਹੀਂ ਹੁੰਦਾ ਤੁਹਾਨੂੰ। ਤੁਸੀਂ ਸ਼ਾਸਤਰਧਾਰੀ ਹੋਵੋ, ਤੁਸੀਂ ਆਪਦੇ ਬਲ ਨਾਲ ਲੜ ਸਕਦੇ ਹੋ, ਕਿਉਂਕਿ ਜਿੱਤੇ ਬਿਪਤਾ ਪਈ ਹੁੰਦੀ ਆ ਉਹ 'ਚ ਦੁੱਗਣਾ ਬਲ ਆ ਜਾਂਦਾ ਹੁੰਦਾ ਲੜਨ ਦਾ। ਇਹ ਉਹਨੂੰ ਪਤਾ ਹੁੰਦਾ ਜਿੱਤੇ ਪਈ ਹੁੰਦੀ ਆ। ਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ, ਸਾਰੀਆਂ ਬਾਣੀ ਪੜ੍ਹਿਆ ਕਰੋ, ਬਾਣੀ ਪੜ੍ਹ ਕੇ ਦਲੇਰ ਹੋਵੋਗਾ। ਚੌਪਈ ਸਾਹਿਬ ਦੇ ਪਾਠ ਕਰਿਆ ਕਰੋ ਵੱਧ ਤੋਂ ਵੱਧ। ਵੇਖਿਓ ਤੁਸੀਂ ਸ਼ਾਸਤਰ ਤੁਹਾਡੇ ਤਨ ਤੇ ਸਜੇ ਵੀ ਸੋਹਣੇ ਲੱਗਿਆ ਕਰਨਗੇ, ਤੇ ਲੰਡੀ ਬੁੱਚੀ ਵੀ ਕੋਈ ਖੰਘਦਾ ਨਹੀਂ ਜੀ। ਬਿਲਕੁਲ। ਤਾਂ ਇਹ ਸਨ ਭਾਈ ਰਜਿੰਦਰ ਸਿੰਘ ਤਖਤਪੁਰਾ ਸਾਹਿਬ, ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ। ਸ਼ਸਤਰਾਂ ਦਾ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਯੋਗਦਾਨ ਹੈ। ਬਹੁਤ ਸਾਰੀ ਲੰਬੀ ਗੱਲਬਾਤ ਹੋਰ ਵੀ ਹੋ ਸਕਦੀ ਹੈ, ਔਰ ਬੜਾ ਚੰਗਾ ਲੱਗਿਆ। ਸ਼ਸਤਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਨੇਹਾ ਆਇਆ, ਕਈ ਤਰ੍ਹਾਂ ਦੀਆਂ ਰਾਜਨੀਤਿਕ ਜਿਹੜੀਆਂ ਹੈਗੀਆਂ ਉਹ ਹਲਚਲ ਵੀ ਪੈਦਾ ਹੋਈ, ਕਈਆਂ ਦੇ ਸਟੇਟਮੈਂਟਾਂ ਦਿੱਤੀਆਂ ਵੀ ਇਹ ਨਹੀਂ ਆ ਜੀ, ਇਹ ਤੇ ਹੋਰ ਪਾਸੇ ਲੈ ਜਾਏਗਾ। ਪਰ ਸਿੰਘ ਸਾਹਿਬ ਨੇ ਇੱਕ ਬੜਾ ਕਮਾਲ ਦਾ ਜਿਹੜਾ ਜਵਾਬ ਉਹ ਮਹਿਤਾ ਦਮਦਮੀ ਟਕਸਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ 6 ਜੂਨ 2022 ਨੂੰ ਦਿੱਤਾ। ਉਹਨਾਂ ਕਿਹਾ ਵੀ ਜਿਸ ਤਰ੍ਹਾਂ ਹਿੰਦੂ ਜਿਹੜੇ ਦੇਵੀ ਦੇਵਤੇ ਸਾਹਿਬਾਨ ਨੇ, ਉਹਨਾਂ ਦੀਆਂ ਜਦੋਂ ਤਸਵੀਰਾਂ, ਜਿਹੜੀਆਂ ਕਾਲਪਨਿਕ ਤਸਵੀਰਾਂ ਦੇਖਦੇ ਹਾਂ, ਕਾਲੀ ਦੇ ਨਾਲ ਇੱਕ ਸ਼ਸਤਰ ਹੈਗਾ, ਸ਼ਿਵ ਜੀ ਹੈ ਜਿਹੜੇ, ਉਹਨਾਂ ਦੇ ਨਾਲ ਇੱਕ ਤਰਸ਼ੂਲ ਹੈਗਾ, ਹੈ ਨਾ। ਜਿਸ ਤਰ੍ਹਾਂ ਉਹਨਾਂ ਦੀ ਤਸਵੀਰ ਦੇ ਨਾਲੋਂ ਜਾਂ ਉਹਨਾਂ ਦੇ ਚਰਿੱਤਰ ਦੇ ਨਾਲੋਂ ਸ਼ਸਤਰ ਵੱਖਰੇ ਨਹੀਂ ਕੀਤੇ ਜਾ ਸਕਦੇ, ਤਾਂ ਸਿੱਖ ਦੇ ਨਾਲੋਂ ਸ਼ਸਤਰ ਨਹੀਂ ਵੱਖਰਾ ਕੀਤਾ ਜਾ ਸਕਦਾ। ਤਾਂ ਸਾਰਾ ਜ਼ੋਰ ਇੱਧਰ ਹੀ ਕਿਉਂ ਲੱਗਾ ਹੋਇਆ? ਸੱਚੇ ਪਾਤਸ਼ਾਹ ਨੇ ਜਿਹੜਾ ਹੈਗਾ ਸਿੱਖ ਜਦੋਂ ਬਣਾਇਆ, ਜਦੋਂ ਖਾਲਸਾ ਸਾਜਿਆ, ਤਾਂ ਸ਼ਸਤਰ ਦੀ ਬਦੌਲਤ ਹੀ ਸਾਜਿਆ, ਸ਼ਸਤਰਾਂ ਦੀ ਬਖਸ਼ਿਸ਼ ਦੇ ਨਾਲ ਹੀ ਸਾਜਿਆ। ਔਰ ਅੱਜ ਵੀ ਜਦੋਂ ਸਿੱਖ ਦੁਨੀਆ ਭਰ ਦੇ ਵਿੱਚ ਅਰਦਾਸ ਕਰਦਾ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਗੁਰੂ ਪਰਮਾਤਮਾ ਨੂੰ ਫਿਰ ਧਿਆਉਂਦਾ, ਪਹਿਲਾਂ ਉਹ ਭਗਉਤੀ ਨੂੰ ਧਿਆਉਂਦਾ। ਇਹ ਸ਼ਸਤਰਾਂ ਦੇ ਦਰਸ਼ਨ ਅਸੀਂ ਨਾਲ ਤੁਹਾਨੂੰ ਜਿਹੜਾ ਤੀਰ ਕਮਾਨ ਕਿਸ ਤਰ੍ਹਾਂ ਚਲਾਈਦਾ ਉਹ ਵੀ ਦਿਖਾਵਾਂਗੇ।
ਤਾਂ ਇਹ ਰਜਿੰਦਰ ਸਿੰਘ ਤਖਤਪੂਰਾ ਦਾ ਭੁਜੰਗੀ ਹੈ ਤੁਹਾਡਾ ਜੀ? ਜੀ ਜੀ ਹਾਂਜੀ, ਕੀ ਨਾਮ ਹੈ ਇਹਦਾ? ਮੋਹਕਮ ਸਿੰਘ ਜੀ। ਕਿੰਨੀ ਉਮਰ ਆ ਇਹਦੀ ਹੋ ਗਈ ਜੀ 8-9 ਸਾਲ ਹੋ ਗਈ। ਅੱਛਾ ਅੱਛਾ, ਤੇ ਇਹ ਮਤਲਬ ਤੀਰ ਅੰਦਾਜ਼ੀ ਸਿੱਖਦਾ? ਹਾਂ, ਘਰੇ ਕਰਦਾ ਰਹਿੰਦਾ ਜੀ ਰਿਹਰਸਲ। ਅੱਛਾ ਅੱਛਾ, ਜੀ ਜੀ। ਤਾਂ ਤੀਰ ਅੰਦਾਜ਼ੀ ਦਾ ਵੀ ਸਿੱਖ ਇਤਿਹਾਸ ਦੇ ਵਿੱਚ ਜੰਗਾਂ ਯੁੱਧਾਂ 'ਚ ਬੜਾ ਮਤਲਬ ਅਹਿਮ ਯੋਗਦਾਨ ਰਿਹਾ ਹੈਗਾ। ਹਾਂ ਜੀ, ਹਾਂ, ਬਿਲਕੁਲ ਬਿਲਕੁਲ। ਜਿੰਨਾ ਤੁਸੀਂ ਕਹੋ, ਸਾਹਿਬਜ਼ਾਦੇ ਅਨੰਦਪੁਰ ਸਾਹਿਬ ਜਿੰਨੀ ਸਿਖਲਾਈ ਕਰਦੇ ਰਹੇ ਨੇ, ਜਾਂ ਮਾਮਾ ਕਿਰਪਾਲ ਦਾਸ ਜੀ ਕਰਵਾਉਂਦੇ ਰਹੇ ਨੇ, ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜੀ, ਤੇ ਬਾਬਾ ਜੀਵਨ ਸਿੰਘ ਜੀ ਨੇ ਜ਼ਿੰਮੇਵਾਰੀ 'ਚ ਕਿਸੇ ਮੈਂ ਸ਼ਸਤਰ ਵਿਦਿਆ ਸਿਖਾਉਣਾ ਇਹਨਾਂ ਨੂੰ, ਸਾਰੇ ਨਿਸ਼ਾਨ 'ਚ ਹੀ ਰਹੇ ਨੇ। ਵਧੀਆ। ਇਹਦੀ ਕੋਈ ਵਿਧ ਵੀ ਹੁੰਦੀ ਹੈ ਖਾਸ ਕਰਕੇ, ਜਿੱਦਾਂ ਮਤਲਬ ਤੀਰ ਨੂੰ ਭੱਥੇ ਤੇ ਚੜਾਉਣਾ, ਔਰ ਕਿਉਂਕਿ ਇਹਦਾ ਇਤਿਹਾਸ 'ਚ ਬੜਾ ਉਹ ਹਾਂ, ਮੈਨੂੰ ਬਹੁਤ ਹੀ ਜਾਣਕਾਰੀ ਹਿੰਦੂ ਮਿਥ ਦੇ ਵਿੱਚ ਵੀ, ਗੁਰੂ ਪਾਤਸ਼ਾਹ ਦੇ ਇਤਿਹਾਸ 'ਚ ਵੀ ਬੜਾ ਐਂਗਲ ਹੁੰਦਾ ਹੈ ਜਦੋਂ ਆਪਾਂ ਤੁਸੀਂ ਖਿੱਚਦੇ ਦੱਸ ਦਿਓ ਮਾੜਾ ਜਿਹਾ, ਮਾੜਾ ਹਾਂ, ਲਓ। ਹਾਂਜੀ। ਕਹਿੰਦੇ ਵੀ ਇਹਦਾ ਬਲ ਵਧ ਜਾਂਦਾ ਸਰੀਰ ਦਾ ਜੇ ਆਪਾਂ। ਅੱਛਾ। ਜੇ ਵੈਸੇ ਕਹੀ ਚਲਾਉਂਦੇ ਆ ਸਿੱਧੀ, ਦੇਖਿਆ ਹੋਣਾ ਕਈ ਵਾਰੀ ਕਈ ਮੁੱਠੀਆਂ 'ਚ ਥੁੱਕ ਲੈਂਦੇ ਆ। ਹਾਂਜੀ ਹਾਂਜੀ ਕਹੀ ਚਲਾਉਂਦੇ ਆ। ਹਾਂਜੀ। ਉਹ ਫਿਰ ਉਹ ਸੋਚਣ ਤਾਂ ਸਾਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਰਹਿਣਾ। ਪਰ ਇਹਨੂੰ ਆਪਾਂ ਜਦੋਂ ਲੋਡ ਕਰਦੇ ਆ, ਕਹਿੰਦੇ ਐਂਗਲ ਤੇ ਹੋ ਜੇ ਨਾ ਇੱਥੇ ਆ, ਆਪਣੇ ਸਰੀਰ ਦਾ ਬਲ ਵਧ ਜਾਂਦਾ। ਫਿਰ ਜਦੋਂ ਤੁਸੀਂ ਉਹਨੂੰ ਐਂ ਛੱਡੋਗੇ, ਜਦ ਕਿਸੇ ਵੀ ਨਿਸ਼ਾਨੇ ਨੂੰ ਲਾਓਗੇ ਤਾਂ ਪੂਰੇ ਤਰਨਾ ਜਾਂਦਾ, ਫਿਰ ਸਲੋ ਨਹੀਂ ਰਹਿੰਦਾ। ਜੀ ਜੀ ਜੀ। ਤਾਂ ਹਾਂਜੀ, ਕੀ ਹਾਲ ਚਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ? ਮੋਹਕਮ ਸਿੰਘ। ਮੋਹਕਮ ਸਿੰਘ, ਥੋੜਾ ਗੱਜ ਕੇ ਬੋਲੋ। ਮੋਹਕਮ ਸਿੰਘ। ਹਾਂ, ਕਿੰਨੀ ਉਮਰ ਆ? 8 8 ਸਾਲ। ਅੱਛਾ, ਤੇ ਵਧੀਆ ਲੱਗਦਾ ਤੀਰ ਅੰਦਾਜ਼ੀ ਕਰਨਾ? ਵਧੀਆ। ਵਧੀਆ ਲੱਗਦਾ। ਵੱਡੇ ਹੋ ਕੇ ਕੀ ਬਣਨਾ? ਸ਼ੂਟਰ ਤੇ ਫੁੱਟਬਾਲਰ। ਅੱਛਾ, ਫੁੱਟਬਾਲਰ ਤੇ ਸ਼ੂਟਰ ਬਣਨਾ। ਕੀ ਬਾਤ ਆ। ਤੇ ਸ਼ੂਟਰ ਤੇ ਫੁੱਟਬਾਲਰ ਬਣਨਾ ਤਾਂ ਗੁਰੂ ਦਾ ਸਿੱਖ ਸਦਾ ਹੀ ਸ਼ੂਟਰ ਆ। ਪਰ ਇਹ ਆ ਵੀ ਜੇ ਕਿਤੇ ਭਾਈ ਰਜਿੰਦਰ ਸਿੰਘ ਵਰਗਾ ਬਾਪ ਹੋਵੇ ਤੇ ਉਹਦਾ ਹੀ ਪੁੱਤ ਸ਼ੂਟਰ ਬਣੂਗਾ, ਹੈ ਨਾ। ਜੇ ਉਹਨਾਂ ਨੇ ਇਹਨੂੰ ਵੀਡੀਓ ਗੇਮ ਲਿਆ ਕੇ ਦਿੱਤੀ ਹੁੰਦੀ ਤਾਂ ਉਹ ਕਿਤੇ ਗੁੱਟ ਤੇ ਬੈਠਾ ਚਾਰਜਰ ਲਾ ਕੇ ਤੇ ਕੰਧਾਂ ਲੱਗਾ ਠੁੰਗ ਠੁੰਗ ਕਰਦਾ ਹੁੰਦਾ। ਤਾਂ ਇਹ ਆ ਵੀ ਇਹ ਵੀ ਨਾਲ ਨਾਲ ਆਪਦੇ ਬੱਚਿਆਂ ਨੂੰ ਸਿੱਖ ਜਿਹੜੇ ਆ ਉਹ ਇਹ ਜਿਹੜੀ ਜਾਂਚ ਆ ਸ਼ਸਤਰ ਚਲਾਉਣ ਦੀ, ਸ਼ਸਤਰਾਂ ਦਾ ਮਾਣ ਸਤਿਕਾਰ ਕਰਨ ਦੀ, ਉਹ ਦੇ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।